ਓੰਕਾਰ ਸਤਿਗੁਰ ਪ੍ਰਸਾਦਿ। ਸ਼ਲੋਕ ਪਹਿਲਾ ਪੰਜਵਾ। ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਦੇਖਣਾ ਸ਼ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ ਦਰਗਾਹ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਬਤ ਦੇ। ਜਗ ਮੈਂ ਉਤਮ ਕਾਢੀਐ ਬਿਰਲੇ ਕੇਈ ਕੇ। ਮਹਿਲਾ ਪੰਜਵਾ। ਰੱਖੇ ਰਖਨਹਾਰ ਆਪ ਉਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ। ਹੋਆ ਆਪ ਦਇਆਲ ਮਨੋ ਨਾ ਵਿਸਾਰਿਆਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਆਨ। ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਵਿਦਾਰਿਆਨ। ਇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀਏ। ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਪੌੜੀ। ਅਗੁਣ ਨਿਰੰਜਨ ਪੁਰਖ ਅਗੰਮ ਅਪਾਰੀਐ। ਸੱਚੋ ਸੱਚਾ ਸੱਚ ਸੱਚ ਨਿਹਾਰੀਐ। ਕੂੜ ਨਾ ਜਾਪੈ ਕਿਛ ਤੇਰੀ ਧਾਰੀਐ। ਸਭ ਸਹਿ ਦੇ ਦਾਤਾਰ ਚੇਤ ਉਪਾਰੀਐ। ਇਕਤ ਸੂਤ ਪਰੋਏ ਜੋਤ ਸੰਜਾਈਐ। ਹੁਕਮੇ ਭਵਜਲ ਮੰਝ ਹੁਕਮੇ ਤਾਰੀਐ। ਪ੍ਰਭ ਜੀਓ ਤੁਧ ਧਿਆਏ ਸੋਏ ਜਿਸ ਭਾਗ ਮਤਾਰੀਐ। ਤੇਰੀ ਗਤ ਮਿਤ ਲਖੀ ਨਾ ਜਾਏ ਹਉ ਤੁਧ ਬਲਿਹਾਰੀਐ। ਸ਼ਲੋਕ ਪਹਿਲਾ ਪੰਜਵਾ। ਜਾਂ ਤੂੰ ਤੁਸਹਿ ਮਿਹਰਬਾਨ ਅਚਿੰਤ ਵਸੈ ਮਨ ਮਾਹੇ। ਜਾਂ ਤੂੰ ਤੁਸਹਿ ਮਿਹਰਬਾਨ ਨੌ ਨਿਤ ਘਰ ਮਹਿ ਪਾਹੇ। ਜਾਂ ਤੂੰ ਤੁਸਹਿ ਮਿਹਰਬਾਨ ਤਾਂ ਗੁਰ ਕਾ ਮੰਤਰ ਕਮਾਹੇ। ਜਾਂ ਤੂੰ ਤੁਸਹਿ ਮਿਹਰਬਾਨ ਤਾਂ ਨਾਨਕ ਸਤ ਸਮਾਹੇ। ਪਹਿਲਾ ਪੰਜਵਾ। ਕਿਤੀ ਬਹਿਨ ਬਹਿਨੇ ਮੁਛ ਵਜਾਇਨ ਬਚ। ਨਾਨਕ ਸੱਚੇ ਨਾਮ ਬਿਨ ਕਿਸੈ ਨਾ ਰਹੀਆ ਲਜ। ਥੋੜੀ। ਤੁਧ ਧਿਆਇਨ ਵੇਦ ਕਤੇਬਾਂ ਸਨ ਖੜੇ। ਗਣਤੀ ਗਣੀ ਨਾ ਜਾਏ ਤੇਰੇ ਦਰ ਬੜੇ। ਬ੍ਰਹਮੇ ਤੁਧ ਧਿਆਇਨ ਇੰਦਰ ਇੰਦਰਾਸਨਾ। ਸ਼ੰਕਰ ਵਿਸ਼ਨ ਅਵਤਾਰ ਹਰ ਜਸ ਮੁਖ ਭਣਾ। ਪੀਰ ਬਿਕੰਬਰ ਸ਼ੇਖ ਮਸ਼ਾਇਕ ਓਲੀਏ। ਬੋਧ ਪੋਤ ਨਿਰੰਕਾਰ ਕਟ ਕਟ ਮੋਦੀਏ। ਕੂੜੋਂ ਕਰੇ ਵਿਨਾਸ਼ ਧਰਮੇ ਤਕੀਐ।
ਜਿਤ ਜਿਤ ਲਾਏ ਆਪ ਤਿਤ ਤਿਤ ਲੱਗੀਐ। ਸ਼ਲੋਕ ਮਹਿਲਾ ਪੰਜਵਾ। ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ। ਨਾਨਕ ਅੱਜ ਕੱਲ ਆਵਸੀ ਗਾਫਲ ਫਾਹੀ ਤੇ। ਪਹਿਲਾ ਪੰਜਵਾ। ਠੀਕ ਹੈ ਨਾ ਜੀ। ਇਹ ਮਨੁੱਖੀ ਸੁਭਾਅ ਆ ਔਰ ਇਹ ਵਰਤਾਰਾ ਆਮ ਤੌਰ ਤੇ ਵਰਤਦਾ ਹੀ ਰਹਿੰਦਾ। ਚੰਗਿਆਈ ਆਲਕ ਕਰੇ, ਆਲਸ ਕਰਦਾ, ਢਿੱਲਾ ਪੈ ਜਾਂਦਾ। ਪਰ ਜੇ ਬੁਰਾ ਕਰਨਾ ਹੋਵੇ, ਕੁਝ ਵਿਗਾੜਨਾ ਹੋਵੇ, ਕੁਝ ਗਲਤ ਕਰਨਾ ਹੋਵੇ, ਸਤਿਗੁਰੂ ਆਖਦੇ ਹੋਏ ਸ਼ੇਰ, ਫਿਰ ਤਕੜਾ ਹੋ ਜਾਂਦਾ। ਔਰ ਇਹ ਮਨੁੱਖੀ ਸੁਭਾਅ ਆ। ਜਦੋਂ ਅਸੀਂ ਸਤਿਗੁਰੂ ਨਾਲ ਜੁੜਦੇ ਹਾਂ, ਸਤਿਗੁਰੂ ਦੀ ਸੰਗਤ ਕਰਦੇ ਹਾਂ, ਸਤਿਗੁਰੂ ਦੇ ਕੋਲ ਬਹਿੰਦੇ ਹਾਂ, ਸਤਿਗੁਰੂ ਦੀ ਬਾਤ ਸੁਣਦੇ ਹਾਂ, ਤਾਂ ਆਹ ਜਿਹੜਾ ਵਰਤਾਰਾ ਇਹ ਉਲਟਾ ਹੋ ਜਾਂਦਾ। ਫਿਰ ਸਤਿਗੁਰੂ ਆਖਦੇ ਨੇ ਨਿਕਟ ਬੁੱਝੈ ਸੋ ਬੁਰਾ ਕਿਉਂ ਕਰੇ। ਫਿਰ ਬੁਰੇ ਵਾਲੇ ਪਾਸੇ ਨਹੀਂ ਜਾਂਦਾ। ਪਰ ਜਿੰਨਾ ਚਿਰ ਗੁਰੂ ਵਾਲਾ ਪਾਸਾ ਢਿੱਲਾ ਆ, ਗੁਰੂ ਵਾਲੀ ਗੱਲ ਪੱਲੇ ਨਹੀਂ, ਜਿੰਨੀ ਦੇਰ ਤੱਕ ਗੁਰੂ ਨਾਲ ਸਾਂਝ ਨਹੀਂ, ਓਨੀ ਦੇਰ ਤੱਕ ਆ ਵਾਪਰਦਾ ਰਹਿੰਦਾ। ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਜਦੋਂ ਅਸੀਂ ਗੁਰੂ ਵੱਲ ਝੁਕ ਜਾਂਦੇ ਹਾਂ, ਗੁਰੂ ਦੀ ਬਾਤ ਨੂੰ ਧਿਆਨ ਨਾਲ ਸੁਣਦੇ ਹਾਂ, ਪਹਿਲ ਦਿੰਦੇ ਹਾਂ, ਤਾਂ ਫਿਰ ਨਿਕਟ ਬੁੱਝੈ ਸੋ ਬੁਰਾ ਕਿਉਂ ਕਰੇ। ਫਿਰ ਉਹ ਬੁਰਾ ਕਰਦਾ ਹੀ ਨਹੀਂ, ਬੁਰੇ ਵੱਲ ਨਹੀਂ ਜਾਂਦਾ, ਫਿਰ ਉਹ ਚੰਗੇ ਵਾਲੇ ਪਾਸੇ ਆ ਜਾਂਦਾ। ਤਾਂ ਇਹ ਡਿਪੈਂਡ ਕਰਦਾ ਸਾਡਾ, ਅਸੀਂ ਗੁਰੂ ਵੱਲ ਝੁਕਾਅ ਰੱਖਦੇ ਹਾਂ ਤਾਂ ਵਰਤਾਰਾ ਸਾਡਾ ਇਹ ਹੋਏਗਾ। ਜੇ ਅਸੀਂ ਗੁਰੂ ਵੱਲ ਝੁਕਾਅ ਨਹੀਂ ਰੱਖਦੇ ਤਾਂ ਫਿਰ ਬੁਰਾਈਆਂ ਵਾਲੇ ਪਾਸੇ ਅਸੀਂ ਤਕੜੇ ਰਵਾਂਗੇ। ਬੁਰਾਈ ਹੁੰਦੀ ਰਹੇਗੀ, ਬੁਰਾਈ ਤੋਂ ਨਾ ਵੀ ਕਰਦੇ ਰਵਾਂਗੇ, ਬੁਰਾਈਆਂ ਨੂੰ ਹੱਲਾਸ਼ੇਰੀ ਵੀ ਦਿੰਦੇ ਰਵਾਂਗੇ। ਬੁਰਾਈਆਂ ਪਲਦੀਆਂ ਹੀ ਰਹਿਣਗੀਆਂ ਤੇ ਵੱਧਦੀਆਂ ਫੁੱਲਦੀਆਂ ਰਹਿਣਗੀਆਂ ਜੀ। ਪਹਿਲਾ ਪੰਜਵਾ। ਕੀਤੀਆਂ ਕੁਟੰਗ ਗੁੱਜਾ ਥੀਐ ਨਾ ਹਿਤ। ਇਹਨੂੰ ਬਿੰਦੀ ਰਹਿਤ ਕਰ ਲਈਏ ਜੀ। ਕੀਤੀਆਂ ਕੁਟੰਗ ਗੁੱਜਾ ਥੀਐ ਨਾ ਹਿਤ। ਨਾਨਕ ਤੈ ਸ਼ਰ ਟਕਿਆ ਮਨ ਮਹਿ ਸੱਚਾ ਮਿਤ। ਪੌੜੀ। ਹੋ ਮੰਗੋ ਤੁਝੈ ਦਇਆਲ ਵਾਹ ਵਾਹ। ਕਰ ਦਾਸਾਂ ਗੋਲਿਆ। ਨੌ ਨਿਲ ਪਾਈ ਰਾਜ ਜੀਵਾਂ ਬੋਲਿਆ। ਅੰਮ੍ਰਿਤ ਨਾਮ ਨਿਧਾਨ ਦਾਸਾਂ ਘਰ ਕਲਾ। ਤਿਨ ਕੈ ਸੰਗ ਨਿਹਾਲ ਸ਼੍ਰਵਣੀ ਜਸ ਸੁਣਾ। ਕਮਾਵਾ ਤਿਨ ਕੀ ਕਾਰ ਸਰੀਰ ਪਵਿੱਤ ਹੋਏ। ਪੱਖਾ ਪਾਣੀ ਪੀਸ ਬਿਗਸਾਂ ਪੈਰ ਧੋਏ। ਆਪੋਂ ਪਛੂ ਨਾ ਹੋਏ ਪ੍ਰਭ ਨਦਰ ਨਿਹਾਲੀਐ। ਮੋਹਿ ਨਿਰਗੁਣ ਦਿੱਤੈ ਥਾਉ ਸੰਤ ਧਰਮਸਾਲੀਐ। ਵਾਹ ਵਾਹ। ਸ਼ਲੋਕ ਮਹਿਲਾ ਪੰਜਵਾ। ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ। ਨਾਨਕ ਸ਼ਰਨ ਤੁਹਾਰੀਆਂ ਦੇਖੋ ਸਦਾ ਹਜ਼ੂਰ। ਮਹਿਲਾ ਪੰਜਵਾ। ਪਤਿਤ ਪੁਨੀਤ ਅਸੰਖ ਹੋਏ ਹਰ ਚਰਨੀ ਮਨ ਲਾਗ। 68 ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ। ਪੌੜੀ। ਨਿਤ ਜਪੀਐ ਸਾਸ ਗਿਰਾਸ
ਨਾਉ ਪਰਵਿਦਗਾਰ ਦਾ, ਜਿਸਨੂੰ ਕਰੇ ਰਹਮ ਤਿਸ ਨਾ ਵਿਸਾਰਦਾ। ਆਪ ਪਾਣਹਾਰ ਆਪੇ ਹੀ ਮਾਰਦਾ, ਸਭ ਕਿਛ ਜਾਣੈ ਜਾਣ ਬੁੱਝ ਵਿਚਾਰਦਾ। ਅਨੇਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਜਿਸਨੂੰ ਲਾਏ ਸੱਚ ਤਿਸੈ ਉਧਾਰਦਾ। ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ, ਸਦਾ ਭਗ ਦੀਵਾਨ ਹੈ ਹਉ ਤਿਸ ਨਮਸਕਾਰ ਦਾ। ਸ਼ਲੋਕ ਮਹਿਲਾ ਪੰਜਵਾਂ। ਕਾਮ ਕ੍ਰੋਧ ਲੋਭ ਛੋੜੀਐ, ਪੀਤੈ ਅਗਨ ਜਲਾਏ। ਜੀਵਨ ਦਿਆਂ ਨਿਤ ਜਾਪੀਐ, ਨਾਨਕ ਸਾਚਾ ਨਾਉ। ਮਹਿਲਾ ਪੰਜਵਾਂ। ਸਿਮਰਤ ਸਿਮਰਤ ਪ੍ਰਭ ਆਪਣਾ, ਸਭ ਫਲ ਪਾਏ ਆਏ। ਨਾਨਕ ਨਾਮ ਅਰਾਧਿਆ, ਗੁਰਪੂਰੈ ਦੀਆ ਮਿਲਾਏ। ਪੌੜੀ। ਸੋ ਮੁਕਤਾ ਸੰਸਾਰ, ਜੇ ਗੁਰ ਉਪਦੇਸਿਆ। ਇਸ ਕੀ ਗਈ ਬੁਲਾਏ, ਮਿਟੇ ਅੰਦੇਸ਼ਿਆ। ਇਸਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ, ਜਨ ਕੈ ਸੰਗ ਨਿਹਾਲ ਪਾਪਾਂ ਮੈਲ ਧੋਏ। ਅੰਮ੍ਰਿਤ ਸਾਚਾ ਨਾਉ ਉਥੈ ਜਪੀਏ, ਮਨ ਕੋ ਹੋਏ ਸੰਤੋਖ ਭੁੱਖਾ ਥਾਪੀਐ। ਜਿਸ ਘਟ ਵਸਿਆ ਨਾਉ ਤਿਸ ਬੰਧਨ ਕਾਟੀਐ। ਗੁਰ ਪ੍ਰਸਾਦ ਕਿਨੈ ਵਿਰਲੇ, ਹਰ ਤਨ ਖਾਟੀਐ। ਸ਼ਲੋਕ ਮਹਿਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਣੀ, ਉਤਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਵ ਨਾਨਕ ਕੇ ਮੀਤ। ਮਹਿਲਾ ਪੰਜਵਾਂ। ਦ੍ਰਿਸ਼ਟ ਧਾਰ ਪ੍ਰਭ ਰਾਖਿਆ, ਮਨ ਤਨ ਰਤਾ ਮੂਲ। ਨਾਨਕ ਜੋ ਪ੍ਰਭ ਭਾਣੀਆ, ਮਰੋ ਵਿਚਾਰੀ ਸੂਰ। ਪੌੜੀ। ਜੀ ਕੀ ਬਿਰਥਾ ਹੋਏ, ਸੋ ਗੁਰ ਪਹਿ ਅਰਦਾਸ ਕਰ। ਛੋੜ ਸਿਆਣਪ ਸਗਲ, ਮਨ ਤਨ ਅਰਪ ਧਰ। ਪੂਜੋ ਗੁਰ ਕੇ ਪੈਰ, ਦੁਰਮਤ ਜਾਏ ਜਰ। ਸਾਧ ਜਨਾ ਕੈ ਸੰਗ, ਭਵ ਜਲ ਬਿਖਮ ਤਰ। ਸੇਵੋ ਸਤਿਗੁਰ ਦੇਵ, ਅੱਗੇ ਨਾ ਮਰੋ ਡਰ। ਖਿਨਮੈ ਕਰੇ ਨਿਹਾਲ, ਊਣੇ ਸੁਭਰ ਭਰ। ਮਨ ਕੋ ਹੋਏ ਸੰਤੋਖ, ਧਿਆਈਐ ਸਦਾ ਹਰ। ਸੋ ਲੱਗਾ ਸਤਿਗੁਰ ਸੇਵ, ਜਾਂ ਕੋ ਕਰਮ ਧੁਰ। ਸ਼ਲੋਕ ਮਹਿਲਾ ਪੰਜਵਾਂ। ਲਕੜੀ ਸੋ ਥਾਨ, ਜੋੜਨ ਹਾਰੈ ਜੋੜੀਆ। ਨਾਨਕ ਲਹਿਰੀ ਲੱਖ ਸੈ ਆਨ, ਡੁੱਬਣ ਦੇ ਨਾ ਮਾਗੀ। ਮਹਿਲਾ ਪੰਜਵਾਂ। ਧਿਆਨ ਰੱਖਿਓ ਜੀ ਸ਼ਲੋਕ ਦਾ। ਲੱਗੜੀ ਸੁਥਾਨ, ਜੋੜਨ ਹਾਰੈ ਜੋੜੀਆ। ਨਾਨਕ ਲਹਿਰੀ ਲੱਖ ਸੈ ਆਨ, ਡੁੱਬਣ ਦੇ ਨਾ ਮਾਪਰੀ। ਔਰ ਕਿੰਨੀ ਕਮਾਲ ਦੀ ਗੱਲ ਆ ਕਿ
ਜਦੋਂ ਜੋੜਨ ਹਾਰੇ ਨੇ ਸੁਥਾਨ ਸੋਹਣੇ ਥਾਂ ਤੇ ਜੋੜ ਲਿਆ ਨਾ, ਔਰ ਕਿੰਨੀ ਸਪਸ਼ਟਤਾ ਦੇ ਨਾਲ ਮਹਾਰਾਜ ਕਹਿੰਦੇ ਨੇ, ਲਹਿਰੀ ਲੱਖ ਸੈਆਨ, ਲੱਖਾਂ ਲਹਿਰਾਂ ਆ ਜਾਣ, ਇੱਕ ਦੋ ਚਾਰ ਦਾ ਨਹੀਂ, ਲੱਖਾਂ ਲਹਿਰਾਂ ਆ ਜਾਣ, ਡੁੱਬਣ ਦੇ ਨਾ ਮਾਂ ਪਿਰੀ, ਮੇਰਾ ਪਿਰ ਮੈਨੂੰ ਡੁੱਬਣ ਨਹੀਂ ਦੇਗਾ। ਤਾਂ ਹੁਣ ਇਹ ਭਰੋਸਾ, ਇਹ ਜਜ਼ਬਾ, ਇਹ ਸਪਿਰਿਟ ਸਾਡੇ 'ਚ ਹੋਣੀ ਚਾਹੀਦੀ ਹੈ ਨਾ। ਮੇਰਾ ਪਿਰ ਡੁੱਬਣ ਨਹੀਂ ਦੇਗਾ, ਇਹ ਪੱਕਾ ਆ। ਪਿਛਲੇ ਦਿਨਾਂ ਦੇ ਅੰਦਰ ਆਪਾਂ ਇੱਕ ਡੁੱਬਣ ਦੇ ਉੱਤੇ ਹੀ ਗੱਲ ਕਰ ਰਹੇ ਸੀ, ਜਦੋਂ ਆਪਾਂ ਪੜ੍ਹ ਰਹੇ ਸੀਗੇ ਲੋਭ ਲਹਿਰ ਅਤ ਨੀਜਰ ਬਾਜੈ। ਉੱਥੇ ਆਪਾਂ ਪੜ੍ਹ ਰਹੇ ਸੀਗੇ, ਗੁਰ ਕੀ ਮਤ ਤੂੰ ਲੈ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਬਹੁਤੇ ਡੁੱਬ ਗਿਆ। ਔਰ ਸਤਿਗੁਰੂ ਕਹਿੰਦੇ, ਜਦੋਂ ਸੋਹਣੇ ਥਾਂ ਤੇ ਜੋੜਨ ਹਾਰੇ ਨੇ ਜੋੜ ਲਿਆ ਨਾ, ਫਿਰ ਹੁਣ ਡਰ ਨਾ, ਘਬਰਾ ਨਾ। ਸ਼ਰਤ ਇਹ ਹੈ ਕਿ ਜੋੜ ਕੇ ਰੱਖ, ਡੁੱਬਣ ਨਹੀਂ ਦੇਗਾ। ਇੱਕ ਦੋ ਚਾਰ ਜਿੰਨੀਆਂ ਮਰਜ਼ੀ ਲਹਿਰਾਂ ਆ ਜਾਣ, ਤੂੰ ਡੁੱਬੇਗਾ ਨਹੀਂ। ਔਰ ਜਦੋਂ ਅਸੀਂ ਸਤਿਗੁਰੂ ਜੀ ਦੇ ਇਹ ਪਵਿੱਤਰ ਬੋਲ ਪੜ੍ਹਦੇ ਹਾਂ, ਤਾਂ ਸਾਨੂੰ ਏਦਾਂ ਆਪਣੇ ਇਤਿਹਾਸ ਨੂੰ ਧਿਆਨ 'ਚ ਰੱਖਦਿਆਂ ਪ੍ਰਵਾਨ ਕਰ ਲੈਣਾ ਚਾਹੀਦਾ ਨਾ ਕਿ ਸਿੱਖ ਕਦੇ ਮਾੜਾ ਜਾਂ ਗਲਤ ਹੋ ਹੀ ਨਹੀਂ ਸਕਦਾ। ਨਾ ਸਿੱਖ 'ਚ ਕਦੀ ਕਾਮ ਦੀ ਲਹਿਰ ਉੱਠੇ, ਨਾ ਕ੍ਰੋਧ ਦੀ, ਨਾ ਲੋਭ ਦੀ। ਫਿਰ ਉਹ ਰਿਸ਼ਵਤਖੋਰੀ ਕਿਉਂ ਕਰ ਸਕਦਾ? ਨਹੀਂ ਆਏਗੀ ਨਾ ਲਹਿਰ। ਔਰ ਜੇ ਆ ਵੀ ਜਾਣ, ਆਉਂਦੀਆਂ ਵੀ ਆ ਵੀ ਜਾਣ, ਤੇ ਅਗਲੀ ਗੱਲ ਹੈ ਕਿ ਮੇਰਾ ਪੈਰ ਮੈਨੂੰ ਡੁੱਬਣ ਹੀ ਨਹੀਂ ਦਿੰਦਾ। ਆਈ ਜਾਣ ਲਹਿਰਾਂ ਤੇ ਆਉਣਗੀਆਂ, ਫਿਰ ਲਹਿਰਾਂ ਆ ਵੀ ਸਕਦੀਆਂ ਨੇ, ਪਰ ਮੇਰਾ ਪੈਰ ਡੁੱਬਣ ਨਹੀਂ ਦਿੰਦਾ। ਠੀਕ ਹੈ ਨਾ ਜੀ। ਫਿਰ ਦਾਜ ਦੀ ਲਹਿਰ ਉੱਠ ਜਾਂਦੀ ਆ, ਪਰ ਡੁੱਬਣ ਨਹੀਂ ਨਾ ਦੇਗਾ। ਹੁਣ ਮਰਦੇ ਨਹੀਂ, ਲਹਿਰ ਦੇ ਅੱਗੇ ਡਟ ਕੇ ਖੜੇ ਆ। ਠੀਕ ਆ, ਆਪਾਂ ਨਹੀਂ ਰੁੜਦੇ। ਹੁਣ ਰੁੜਨ ਤੋਂ ਬਚਾਅ ਹੋ ਗਿਆ, ਹੁਣ ਪੈਰ ਦੇ ਨਾਲ ਸਾਂਝ ਹੈ। ਔਰ ਧਿਆਨ ਰੱਖਿਓ ਜੀ, ਬਹੁਤ ਸਪਸ਼ਟ ਸੌਖਾ ਸਾਰਾ ਪਾਠ ਜਿਹੜਾ ਉਹ ਚੱਲ ਰਿਹਾ, ਔਰ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਹੀ ਪੜ੍ਹਦਿਆਂ ਸਮਝ ਵੀ ਆ ਰਿਹਾ ਹੋਏਗਾ। ਔਰ ਧਿਆਨ ਰੱਖੀ ਜਾਇਓ। ਫਿਰ ਵੀ ਅਸੀਂ ਨਾਲ ਨਾਲ ਕੋਸ਼ਿਸ਼ ਕਰਦੇ ਹਾਂ ਕਿ ਜਿੱਥੇ ਕਿਤੇ ਕੋਈ ਧਿਆਨ ਵਾਲਾ ਜ਼ਿਆਦਾ ਮਸਲਾ ਆ ਰਿਹਾ, ਉੱਥੇ ਧਿਆਨ ਦਿਵਾ ਦਿੱਤਾ ਜਾਵੇ, ਲੇਕਿਨ ਪਾਠ 'ਚ ਬੜੀ ਸਪਸ਼ਟਤਾ ਦੇ ਨਾਲ ਸਾਨੂੰ ਸਮਝ ਆਉਂਦਾ ਰਹੇਗਾ ਜੀ। ਲਗੜੀ ਸੁਥਾਨ ਜੋੜਨ ਹਾਰੇ ਜੋੜੀਆਂ, ਨਾਨਕ ਲਹਿਰੀ ਲੱਖ ਸੈਆਨ, ਡੁੱਬਣ ਦੇ ਨਾ ਮਾਪੀ। ਮਹਿਲਾ ਪੰਜਵਾਂ। ਬਨ ਪਿਆਵਲੈ ਇੱਕ ਸਾਥੀ ਲਗਮ, ਦੁਖ ਹਰਤਾ ਹਰ ਨਾਮਾ। ਬਲ ਬਲ ਜਾਈ ਸੰਤ ਪਿਆਰੇ, ਨਾਨਕ ਪੂਰਨ ਕਾਮਾ। ਬਨ ਪਿਹਾਵਲ, ਬਨ ਪਿਹਾਵਲ, ਪਿਹਾਵਲੇ ਦਾ ਅਰਥ ਹੈ ਡਰਾਉਣਾ, ਬਨ ਦਾ ਅਰਥ ਹੈ ਜੰਗਲ। ਇਸ ਸੰਸਾਰ ਰੂਪ ਭਿਆਨਕ ਡਰਾਉਣੇ ਜੰਗਲ ਦੇ ਵਿੱਚ ਮੈਨੂੰ ਇੱਕ ਮੇਰਾ ਸਾਥੀ ਲੱਭ ਗਿਆ। ਭਿਆਨਕ ਡਰਾਉਣੇ ਜੰਗਲ ਦੇ ਵਿੱਚ ਮੈਨੂੰ ਮੇਰਾ ਇੱਕ ਸਾਥੀ ਲੱਭ ਗਿਆ। ਤੇ ਸਾਥੀ ਕੌਣ ਹੈ? ਦੁੱਖ ਹਰਤਾ ਹਰ ਨਾਮਾ, ਦੁੱਖ ਨੂੰ ਨਾਸ਼ ਕਰਨ ਵਾਲਾ ਹਰੀ ਨਾਮ। ਔਰ ਨਾਲ ਹੀ ਇਹ ਵੀ ਕਹਿ ਦਿੱਤਾ, ਬਲ ਬਲ ਜਾਈ ਸੰਤ ਪਿਆਰੇ। ਮੈਂ ਆਪਣੇ ਸਤਿਗੁਰੂ ਜੀ ਤੋਂ ਬਲ ਬਲ ਬਲਿਹਾਰ ਬਲਿਹਾਰ ਜਾਵਾਂ, ਜਿਸ ਸਤਿਗੁਰੂ ਦੀ ਕਿਰਪਾ ਨਾਲ ਮੇਰਾ ਸਾਥੀ ਲੱਭਾ। ਨਾਨਕ ਪੂਰਨ ਕਾਮਾ, ਮੇਰੀ ਜ਼ਿੰਦਗੀ ਦਾ ਕਾਰਜ ਸਿਰੇ ਚਾੜ ਦਿੱਤਾ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇੱਥੇ ਜ਼ਿਕਰ ਕੀਤਾ, ਮੈਂ ਪਿਆਰੇ ਗੁਰੂ ਤੋਂ ਸਦਕੇ ਹਾਂ, ਜਿਸ ਦੀ ਮਿਹਰ ਨਾਲ ਮੇਰਾ ਇਹ ਕੰਮ ਸਿਰੇ ਚੜਿਆ। ਇਸ ਪਿਹਾਵਲੇ ਬਨ ਵਿੱਚ, ਇਸ ਭਿਆਨਕ ਜੰਗਲ ਵਿੱਚ ਮਰ ਸਕਦਾ ਸਾਂ, ਗਵਾਚ ਸਕਦਾ ਸਾਂ, ਕੁਛ ਵੀ ਵਾਪਰ ਸਕਦਾ ਸੀ, ਪਰ ਇੱਕ ਮੇਰਾ ਸਾਥੀ ਐਸਾ ਲੱਭ ਗਿਆ, ਮੇਰਾ ਦੁੱਖ ਦੂਰ ਹੋ ਗਿਆ, ਔਰ ਉਸ ਸਾਥੀ ਨੇ ਮੈਨੂੰ ਗਵਾਚਣ ਨਹੀਂ ਦਿੱਤਾ। ਉਹ ਸਾਥੀ ਕੌਣ ਹੈ? ਹਰ ਨਾਮ, ਗੁਰੂ ਵੱਲੋਂ ਬਖਸ਼ਿਆ ਹੋਇਆ ਸਤਿਗੁਰੂ ਦਾ ਨਾਮ ਉਪਦੇਸ਼ ਜੀ।
ਪੌੜੀ। ਪਾਇਨ ਸਭ ਨਿਧਾਨ ਤੇਰੇ ਰੰਗ ਰਤਿਆਂ, ਨਾ ਹੋਵੀ ਪੁੱਛੋ ਤਾਓ ਤੁਧ ਨੋ ਜਪਤਿਆਂ। ਪਹੁੰਚ ਨਾ ਸਕੈ ਕੋਏ ਤੇਰੀ ਟੇਕ ਜਨ, ਗੁਰਪੂਰੇ ਵਾਵਾ ਸੁਖ ਲਹਾਂ ਚਿਤਾਰ ਮਨ। ਵਾਹ। ਗੁਰ ਪਹਿ ਸਿਫਤ ਭੰਡਾਰ ਕਰਮੀ ਪਾਈਐ, ਸਤਿਗੁਰ ਨਦਰ ਨਿਹਾਲ ਮੋੜ ਨਾ ਧਾਈਐ। ਰੱਖੈ ਆਪ ਦਇਆਲ ਕਰ ਦਾਸਾਂ ਆਪਣੇ, ਹਰ 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 ਨਾਮ ਜੀਵਾਂ ਸੁਣ ਸੁਣੇ। ਸ਼ਲੋਕ ਮਹਿਲਾ ਪੰਜਵਾਂ। ਪ੍ਰੇਮ ਪਟੋਲਾ ਤੈ ਸ਼ਹ ਦਿੱਤਾ, ਢੱਕਣ ਕੂ ਪਤ ਮੇਰੀ। ਦਾਨਾ ਬਿਨਾ ਸਾਈਂ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਹਾਂਜੀ, ਇਹ ਸ਼ਲੋਕ ਬਹੁਤ ਪ੍ਰਚਲਿਤ ਹੈ। ਲਗਭਗ ਬਹੁਤ ਸਾਰੇ ਸਿੱਖ ਮਾਈ ਭਾਈਆਂ ਦੇ ਇਹ ਯਾਦ ਵੀ ਹੈ। ਸ਼ਾਇਦ ਕਦੀ ਤੁਹਾਡੇ ਧਿਆਨ 'ਚ ਵੀ ਆਇਆ ਹੋਣਾ ਕਿ ਆਮ ਤੌਰ ਤੇ ਸਾਡਿਆਂ ਘਰਾਂ 'ਚ ਇਹ ਸ਼ਲੋਕ ਜਦੋਂ ਰੁਮਾਲਾ ਭੇਟ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਕਰਦੇ ਹਾਂ ਤਾਂ ਉਦੋਂ ਇਹ ਪੜ੍ਹਿਆ ਜਾਂਦਾ, ਜਾਂ ਅਰਦਾਸ ਦੇ ਵਿੱਚ ਵੀ ਇਹ ਸ਼ਬਦ ਬੋਲ ਦਿੱਤੇ ਜਾਂਦੇ ਆ। ਹੁਣ ਇੱਕ ਗੱਲ ਦਾ ਬਹੁਤ ਜ਼ਰੂਰੀ ਧਿਆਨ ਅਸੀਂ ਇਹ ਰੱਖਣਾ ਆ ਕਿ ਇਹ ਪਾਠ ਸਾਡੇ ਸਾਹਮਣੇ ਆ, ਸ਼ਲੋਕ ਅਸੀਂ ਪੜ੍ਹ ਰਹੇ ਹਾਂ, ਔਰ ਦੇਖੋ ਅਸੀਂ ਜਾਣੇ ਅਣਜਾਣੇ 'ਚ ਇੱਕ ਗਲਤੀ ਕਰ ਰਹੇ ਹਾਂ। ਅਸੀਂ ਰੁਮਾਲਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੇਟ ਕਰ ਰਹੇ ਹਾਂ ਤੇ ਨਾਲ ਅਸੀਂ ਪੜ੍ਹ ਰਹੇ ਹਾਂ, ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ, ਢੱਕਣ ਕੂੰ ਪਤ ਮੇਰੀ। ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਭੇਟ ਕਰਦੇ ਹਾਂ, ਅਸੀਂ ਇਹ ਪੜ੍ਹ ਰਹੇ ਹਾਂ। ਅਸੀਂ ਪ੍ਰੇਮ ਪਟੋਲਾ ਗੁਰੂ ਨੂੰ ਥੋੜਾ ਦਿੱਤਾ ਹੈ। ਗੁਰੂ ਦੀ ਇੱਜ਼ਤ ਢੱਕਣ ਲਈ ਥੋੜਾ ਦਿੱਤਾ ਹੈ। ਇੱਥੇ ਤਾਂ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ, ਤੂੰ ਦਿੱਤਾ ਮੈਨੂੰ, ਮੈਂ ਤੈਨੂੰ ਨਹੀਂ ਦਿੱਤਾ, ਤੂੰ ਮੈਨੂੰ ਦਿੱਤਾ। ਤੇ ਮੈਨੂੰ ਸਿਰਕੀ ਜੀ ਦੇ ਕਲਾਸ ਦੇ ਦੌਰਾਨ ਕਹੇ ਉਹ ਬੋਲ ਵੀ ਯਾਦ ਆ। ਉਹ ਕਹਿੰਦੇ ਜਦੋਂ ਰੁਮਾਲਾ ਭੇਂਟ ਕਰੀਏ ਉਦੋਂ ਨਹੀਂ, ਜੇ ਕਿਤੇ ਤੁਹਾਨੂੰ ਮਾਣ ਸਤਿਕਾਰ ਕੋਈ ਮਿਲਦਾ ਤਾਂ ਤੁਸੀਂ ਇਹ ਗੱਲ ਕਹੋ, ਸੱਚਾ ਪਾਤਸ਼ਾਹ ਇਹ ਤਾਂ ਪਿਆਰ ਦਾ ਸਿਰੋਪਾ ਤੇਰੇ ਵੱਲੋਂ ਮੈਨੂੰ ਮਿਲ ਗਿਆ, ਮੇਰੀ ਇੱਜ਼ਤ ਢੱਕਣ ਲਈ। ਵਰਨਾ ਮੇਰੀ ਤਾਂ ਹਾਲਤ ਇਹ ਹੈ ਕਿ ਮੈਂ ਤਾਂ ਤੇਰੀ ਸਾਰ ਵੀ ਨਹੀਂ ਜਾਣਦਾ, ਜਾਨੀ ਮੈਂ ਤਾਂ ਲਾਇਕ ਵੀ ਨਹੀਂ ਆ। ਦਾਨਾ ਬੀਨਾ ਸਾਈਂ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਮੈਂ ਤਾਂ ਨਲਾਇਕ ਆ, ਮੈਂ ਕਿੱਥੇ ਸਾਰ ਜਾਣਦਾ। ਇਹ ਤਾਂ ਮੇਰੀ ਇੱਜ਼ਤ ਢੱਕਣ ਨੂੰ ਤੂੰ ਦੇ ਦਿੱਤਾ, ਮੇਰੀ ਇੱਜ਼ਤ ਤੂੰ ਕੱਜ ਲਈ। ਸੱਚੀ ਇਹ ਸ਼ਲੋਕ ਤਾਂ ਸਾਨੂੰ ਗੁਣਗੁਣਾਉਂਦੇ ਰਹਿਣਾ ਚਾਹੀਦਾ ਹਰ ਵੇਲੇ। ਤੁਸੀਂ ਦੇਖੋ ਸਾਨੂੰ ਸਤਿਗੁਰੂ ਜੀ ਨੇ ਬਹੁਤ ਕੁਝ ਦਿੱਤਾ ਹੋਇਆ, ਕੋਈ ਘਾਟ ਥੋੜੀ ਹੈ। ਔਰ ਵੈਸੇ ਵੀ ਪਿਆਰ ਵਿੱਚ ਆ ਕੇ ਜੇ ਬਹੁਤਾ ਨਹੀਂ ਤੇ ਦਿਨ ਵਿੱਚ ਕਦੀ ਕਦਾਈ ਤਾਂ ਗਾ ਲੈਣਾ ਚਾਹੀਦਾ, ਤੂੰ ਮੇਰੀ ਇੱਜ਼ਤ ਰੱਖ ਲਈ। ਜ਼ਰੂਰੀ ਨਹੀਂ ਕੋਈ ਘਟਨਾ ਵਾਪਰੇ ਤੇ ਤਾਂ ਹੀ ਅਸੀਂ ਗਾਈਏ। ਮੈਨੂੰ ਲੱਗਦਾ ਕਿ ਸਾਨੂੰ ਗਾਉਂਦੇ ਰਹਿਣਾ ਚਾਹੀਦਾ। ਕਾਰਨ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਅਸੀਂ ਆਪਣੇ ਕਾਰ ਵਿਹਾਰ, ਆਪਣੇ ਕੰਮਾਂ ਕਾਰਾਂ 'ਚ, ਆਪਣੀਆਂ ਜ਼ਿੰਮੇਵਾਰੀਆਂ 'ਚ, ਪਰਿਵਾਰ ਦੇ ਬਹੁਤ ਸਾਰੇ ਆਲੇ ਦੁਆਲੇ ਰਿਸ਼ਤਿਆਂ ਦੇ ਸਾਡਾ ਬੈਠਣ ਉੱਠਣ, ਗੱਲਬਾਤ, ਵਰਤੋਂ ਵਿਹਾਰ ਸਭ ਚੱਲਦਾ ਹੈ। ਔਰ ਸਾਨੂੰ ਸ਼ੁਕਰਾਨੇ ਵਜੋਂ ਕਰਦੇ ਰਹਿਣਾ ਚਾਹੀਦਾ ਕਿ ਅੱਜ ਦੇ ਦਿਨ ਦੇ ਅੰਦਰ ਇਹਨਾਂ ਭੈਣਾਂ ਭਰਾਵਾਂ, ਰਿਸ਼ਤੇਦਾਰਾਂ, ਧੀਆਂ ਪੁੱਤਰਾਂ, ਪਰਿਵਾਰ ਦੇ ਵਿੱਚ ਰਹਿੰਦਿਆਂ ਅੱਜ ਕੁਛ ਨਹੀਂ ਐਸਾ ਵਾਪਰਿਆ ਜਿਹਦੇ ਨਾਲ ਮੇਰੀ ਇੱਜ਼ਤ ਨੂੰ ਕੁਝ ਠੇਸ ਪਹੁੰਚਦੀ, ਜਾਂ ਕੁਝ ਐਸਾ ਵਾਪਰ ਜਾਂਦਾ ਜਿਹਦੇ 'ਚ ਮੇਰੇ ਮਨ ਦੇ ਅੰਦਰ ਕੁਛ
ਉੱਚਾ ਨੀਵਾਂ ਹੋ ਜਾਂਦਾ। ਤੇਰੀ ਮਿਹਰ ਨਾਲ ਅੱਜ ਵੀ ਸਾਰਾ ਦਿਨ ਇੱਜ਼ਤ ਬਣੀ ਰਹੀ, ਸੁਖਾਵਾਂ ਮਾਹੌਲ ਰਿਹਾ, ਨਾ ਲੜੇ, ਨਾ ਉੱਚੇ ਨੀਵੇਂ ਕਿਸੇ ਨਾਲ ਹੋਏ, ਨਾ ਕੋਈ ਠੱਗੀ, ਨਾ ਵੈਰ, ਨਾ ਕਿਸੇ ਪ੍ਰਤੀ ਕੋਈ ਗੁੱਸਾ ਗਿਲਾ, ਕੁਛ ਨਹੀਂ ਆਇਆ ਅੱਜ। ਹੁੰਦਾ ਹੈ ਨਾ ਕਦੀ ਕਦੀ, ਹੋ ਸਕਦਾ ਕਦੀ ਕਦਾਈ ਉੱਚਾ ਨੀਵਾਂ ਵਾਧ ਘਾਟ ਵਾਪਰ ਜਾਂਦੀ, ਮਨੁੱਖੀ ਸੁਭਾਅ ਆ। ਪਰ ਬਹੁਤ ਵਾਰੀ ਹੈ ਜਦੋਂ ਕੁਛ ਵੀ ਨਹੀਂ ਹੋ ਰਿਹਾ, ਉਦੋਂ ਅਸੀਂ ਕਹੀਏ ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ, ਟੱਕਣ ਕੋ ਪਤ ਮੇਰੀ, ਦਾਨਾ ਬੀਨਾ ਸਾਈਂ ਮੈਂਡਾ ਨਾਨਕ, ਸਾਰ ਨਾ ਜਾਣਾ ਤੇਰੇ। ਗੁਰੂ ਨੂੰ ਰੁਮਾਲਾ ਭੇਂਟ ਕਰਦੇ ਆ, ਜੇ ਕੋਈ ਭਾਈ ਸਾਹਿਬ ਇਦਾਂ ਕਰ ਵੀ ਰਿਹਾ, ਉਹਨੂੰ ਕਹੀਏ ਭਾਈ ਸਾਹਿਬ ਨਾ, ਅਸੀਂ ਕੌਣ ਹੁੰਨੇ ਗੁਰੂ ਨੂੰ ਕੁਛ ਦੇਣ ਵਾਲੇ? ਅਸੀਂ ਨਹੀਂ ਗੁਰੂ ਨੂੰ ਭੇਂਟ ਕਰ ਸਕਦੇ। ਹਾਂ, ਜਦੋਂ ਕੋਈ ਸਾਨੂੰ ਮਾਣ ਮਿਲ ਰਿਹਾ, ਮਹਿਸੂਸ ਕਰ ਰਹੇ ਹਾਂ ਕਿ ਮਾਣ ਸਤਿਗੁਰੂ ਨੇ ਦਿੱਤਾ, ਮਾਣਿਆ ਅਸੀਂ, ਉਦੋਂ ਅਸੀਂ ਜ਼ਰੂਰ ਗਾਈਏ। ਇਹ ਗੁਰੂ ਵੱਲੋਂ ਦਿੱਤਾ ਮਾਣ ਸਿੱਖ ਨੂੰ ਹੈ, ਸਿੱਖ ਵੱਲੋਂ ਜੋ ਗੁਰੂ ਨੂੰ ਭੇਂਟ ਹੋਇਆ ਉਹਦੇ ਲਈ ਇਸ ਸ਼ਲੋਕ ਨੂੰ ਨਾ ਵਰਤੀਏ, ਅਸੀਂ ਆਪਣੇ ਲਈ ਵਰਤੀਏ। ਗੁਰੂ ਨੇ ਮਾਣ ਦਿੱਤਾ, ਠੀਕ ਹੈ ਨਾ ਜੀ? ਇਹ ਸਾਨੂੰ ਏਦਾਂ ਮੰਨ ਲੈਣਾ ਚਾਹੀਦਾ। ਹਾਂਜੀ। ਮਹਿਲਾ ਪੰਜਵਾ। ਤੈਂਡੇ ਸਿਮਰਨ ਹਬ ਕਿਛ ਰਤਨ, ਵਿਖਮ ਨਾ ਮਿਠਨ ਕੋਈ, ਜਿਸ ਪਤ ਰਖੈ ਸੱਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਈ। ਪੌੜੀ। ਹੋਵੇ ਸੁਖ ਕਣਾ ਦਈ ਧਿਆਏ, ਵੰਜੈ ਰੋਗਾਂ ਘਾਨ ਹਰ ਗੁਣ ਗਾਏ। ਅੰਦਰ ਵਰਤੈ ਠਾਨ ਪ੍ਰਭ ਚਿਤ ਆਏ, ਪੂਰਨ ਹੋਵੇ ਆਸ ਨਾਏ ਮਨ ਵਸਾਏ। ਕੋਈ ਨਾ ਲੱਗੇ ਬਿਗਨ ਆਪ ਗਵਾਏ, ਗਿਆਨ ਪਦਾਰਥ ਮਤ ਗੁਰ ਤੇ ਪਾਏ। ਦਿਨ ਪਾਏ ਸਭੇ ਥੋਕ ਜਿਸ ਆਪ ਦਿਵਾਏ, ਤੂੰ ਸਭਨਾ ਕਾ ਖਸਮ ਸਭ ਤੇਰੀ ਛਾਇਆ। ਸ਼ਲੋਕ ਮਹਿਲਾ ਪੰਜਵਾ। ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੈ, ਮੰਝ ਮੁਹੱਬਤ ਤੇਰੀ ਤੋ ਸ਼ਹ ਚਰਣੀ। ਮੈਂਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਬੇੜੀ। ਮਹਿਲਾ ਪੰਜਵਾ। ਵਾਹ। ਜਿਨ੍ਹਾਂ ਦੀ ਸੰਦੜਿਆ ਗੁਰਮਤਿ ਵੰਜੈ, ਮਿੱਤਰ ਸਾਡੜੇ ਸਈ। ਹਉ ਟੁਟੇਂਦੀ ਜਗ ਸਮਾਇਆ, ਜਨ ਨਾਨਕ ਵਿਰਲੇ ਕੇਈ। ਮਸਲਾ ਹੈ ਜੀ ਧਾਰਮਿਕ, ਮਸਲਾ ਹੈ ਧਾਰਮਿਕ। ਸ਼ਲੋਕ ਅਸੀਂ ਪੜ੍ਹ ਰਹੇ ਹਾਂ, ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ। ਤੇ ਦੁਰਮਤ ਦਾ ਅਰਥ ਕੀ ਆ? ਹਾਂਜੀ, ਭੈੜੀ ਮਤ, ਦੁਰਮਤ, ਭੈੜੀ ਮਤ। ਵੰਝੈ ਦਾ ਅਰਥ ਹੈ ਨਾਸ ਹੋ ਜਾਏ, ਬਿਨਸ ਜਾਏ, ਛੁੱਟ ਜਾਏ, ਨਿਕਲ ਜਾਏ। ਕਿੰਨੀ ਕਮਾਲ ਦੀ ਗੱਲ ਹੈ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸੇ। ਜਿਨ੍ਹਾਂ ਨੂੰ ਵੇਖਦਿਆਂ ਦੁਰਮਤ ਨਾਸ ਹੋ ਜਾਏ, ਅਸਲ ਮਿੱਤਰ ਉਹ ਆ। ਮਿੱਤਰ ਅਸਾਡੜੇ, ਠੀਕ ਹੈ ਜੀ। ਹੁਣ ਜੇ ਦੁਰਮਤ ਆ, ਦੁਰਮਤ ਆ, ਭੈੜੀ ਮੱਤ ਆ, ਤੇ ਭੈੜੀ ਮੱਤ ਮੇਰੇ ਅੰਦਰ ਕੀ ਹੈ ਇਹ ਤਾਂ ਕਿਸੇ ਨੂੰ ਕੁਝ ਨਹੀਂ ਪਤਾ, ਪਰ ਭੈੜੀ ਮੱਤ ਦਾ ਵਰਤਾਰਾ ਮੇਰੇ ਕੰਮਾਂ ਚੋਂ, ਮੇਰੀਆਂ ਹਰਕਤਾਂ ਚੋਂ ਹੀ ਨਜ਼ਰ ਆਏਗਾ ਨਾ, ਜਿੱਥੇ ਮੈਂ ਉਹਨੂੰ ਵਰਤ ਰਿਹਾ ਮੱਤ ਨੂੰ। ਠੀਕ ਹੈ ਨਾ ਜੀ? ਤੇ ਜੇ ਮੇਰੀਆਂ ਹਰਕਤਾਂ, ਮੇਰੇ ਲੱਛਣ ਵੇਖ ਕੇ ਕੋਈ ਕਵੇ ਨਾ ਕਰ,
ਹਟ ਜਾ, ਰੁਕ ਜਾ। ਕਿਉਂ ਕਰਦਾ? ਤੈਨੂੰ ਕੱਲ ਵੀ ਕਿਹਾ ਨਾ ਇਹ ਨਾ ਕਰ। ਚੰਗਾ ਲੱਗਦਾ ਕਿ ਮਾੜਾ? ਚੰਗਾ ਲੱਗਦਾ ਕਿ ਮਾੜਾ? ਮਾੜਾ। ਜਿੰਨੇ ਅਸੀਂ ਧਾਰਮਿਕ ਕਾਰਜ ਆਪਣੇ ਘਰਾਂ 'ਚ, ਮੰਨ ਲਓ ਅਖੰਡ ਪਾਠ ਸਾਹਿਬ ਹੀ ਹੋ ਰਿਹਾ, ਸਿੱਖ ਰਹਿਤ ਮਰਿਆਦਾ ਦੀ ਗੱਲ ਕਰਨ ਲੱਗਾ ਮੈਂ, ਆਪਣੀ ਗੱਲ ਨਹੀਂ, ਸਿੱਖ ਰਹਿਤ ਮਰਿਆਦਾ ਦੀ ਗੱਲ ਕਰਨ ਲੱਗਾ ਕਿ ਅਖੰਡ ਪਾਠ ਹੋ ਰਿਹਾ, ਅਖੰਡ ਪਾਠ ਦੇ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਜੇ ਦੇਖਾਂਗੇ ਤਾਂ ਸਾਨੂੰ ਬੜਾ ਕੁਝ ਸਮਝ ਲੱਗਦਾ ਕਿ ਕੁਝ ਫਾਲਤੂ ਰਸਮਾਂ ਅਸੀਂ ਵਾਧੂ ਦੀਆਂ ਐਵੇਂ ਹੀ ਜੋੜ ਲਈਆਂ। ਘੜਾ ਆ, ਨਾਰੀਅਲ ਆ, ਜਿਨ੍ਹਾਂ ਤੋਂ ਬਿਨਾਂ ਅਸੀਂ ਪਾਠ ਕਹਿੰਦੇ ਵੀ ਸੰਪੂਰਨ ਹੀ ਨਹੀਂ ਹੋ ਰਿਹਾ, ਜਦ ਕਿ ਉੱਥੇ ਲਿਖਿਆ ਹੋਇਆ ਕਿ ਇਹਨਾਂ ਦੀ ਲੋੜ ਨਹੀਂ। ਲੋੜ ਕਿਹਦੀ ਹੈ? ਪਾਠ ਘਰ ਦੇ ਮੈਂਬਰ ਰਲ ਕੇ ਜਾਂ ਆਪ ਕਰਨ ਜਾਂ ਸਿਆਣੇ ਪਾਠੀਆਂ ਕੋਲੋਂ ਬਹਿ ਕੇ ਸੁਣਨ, ਇਹ ਲਿਖਿਆ ਹੋਇਆ। ਸਮੇਂ ਦੀ ਕੋਈ ਪਾਬੰਦੀ ਨਹੀਂ, ਸਮਾਂ ਵੱਧ ਘੱਟ ਹੋ ਸਕਦਾ ਹੈ, ਸਮਾਂ ਭਾਵੇਂ ਵਧੇਕ ਲੱਗ ਜਾਏ, ਸਗੋਂ ਇਹ ਲਿਖਿਆ ਹੋਇਆ। ਠੀਕ ਹੈ ਜੀ। ਹੁਣ ਜੇ ਕੋਈ ਗੁਰਮਤਿ ਵਾਲਾ, ਸਿੱਖ ਰਹਿਤ ਮਰਿਆਦਾ ਨੂੰ ਪੜ੍ਹਨ ਵਾਲਾ ਸਿੱਖ ਸਾਡੇ ਘਰ ਆਵੇ ਤੇ ਉਹ ਕਵੇ ਕਿ ਆਹ ਕੀ ਕੀਤਾ ਤੁਸੀਂ ਬਈ, ਇਹਦੀ ਤੇ ਲੋੜ ਨਹੀਂ, ਆਹ ਸਿੱਖ ਰਹਿਤ ਮਰਿਆਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਹੋਣਾ, ਤੁਸੀਂ ਕੋਲ ਬਹਿ ਕੇ ਸੁਣਨਾ, ਕੋਸ਼ਿਸ਼ ਕਰੋ ਪਰਿਵਾਰ ਦੇ ਜੀ ਜੇ ਵਾਰੀ-ਵਾਰੀ ਬਹਿ ਜਾਣਾ। ਵੈਸੇ ਚੰਗਾ ਇਹ ਹੋਵੇ ਕਿ ਜੇ ਸਹਿਜ ਪਾਠ ਕਰ ਲਈਏ, ਜਿੰਨਾ ਚਿਰ ਤੁਹਾਡੇ ਕੋਲ ਟਾਈਮ ਆ ਬੈਠੋ, ਨਹੀਂ ਤਾਂ ਤੁਸੀਂ ਆਪਣੇ ਆਪਣੇ ਕੰਮਾਂ ਕਾਰਾਂ 'ਚ ਚਲੇ ਜਾਓ। ਔਰ ਸਾਡਾ ਇਹ, ਕਿਉਂਕਿ ਅਸੀਂ ਵਿਚਰ ਰਹੇ ਹਾਂ ਨਾ, ਪਤਾ ਕੀ ਹੈ, ਜਦੋਂ ਇਹੋ ਜਿਹੇ ਪਰਿਵਾਰਾਂ 'ਚ ਜਾਂ ਇਹੋ ਜਿਹੇ ਰਿਸ਼ਤੇਦਾਰਾਂ 'ਚ ਜਾਓ ਜਿੱਥੇ ਇਹੋ ਜਿਹਾ ਕੁਛ ਉਹ ਹੁੱਬ ਕੇ ਕਰਦੇ ਆ ਨਾ, ਤਾਂ ਵੇਖ ਕੇ ਮੱਥੇ ਤੇ ਵੱਟ ਪਾਉਂਦੇ ਵੀ ਆ ਗਿਆ ਹੁਣ ਕੱਢੋ ਨੁਕਸ, ਹੈ ਨਾ। ਤੁਹਾਡੇ ਚੋਂ ਭੈਣਾਂ ਬੈਠੀਆਂ, ਬਜ਼ੁਰਗ ਵੀਰ ਭਰਾ ਬੈਠੇ ਨੇ, ਇਹ ਆਮ ਹੀ ਹੁੰਦਾ। ਜਿੱਥੇ ਜਿਹੜੀ ਗੱਲ ਦੀ ਜਿੰਨੀ ਕੁ ਵੀ ਤੁਹਾਨੂੰ ਸਮਝ ਲੱਗੀ, ਮੰਨ ਲਓ ਆਪਾਂ ਨੂੰ ਛੋਟੀ ਜੀ ਗੱਲ ਆ ਵੀ ਵਰਤ ਦੀ ਸਮਝ ਲੱਗ ਗਈ, ਕਿਸੇ ਭੈਣ ਨੂੰ ਜਾ ਕੇ ਕਿਹਾ ਵੀ ਨਾ ਰੱਖਿਆ ਕਰ, ਆਪਣੇ ਸਿੱਖਾਂ 'ਚ ਨਹੀਂ ਇਹ ਗੱਲ ਹੈਗੀ। ਹੁਣ ਜਦੋਂ ਕਿਤੇ ਫੇਰ ਦੁਬਾਰਾ ਮਿਲਾਪ ਜਾਂ ਹੋਏਗਾ ਨਾ ਇਦਾਂ ਦੀ ਗੱਲ, ਉਦੋਂ ਫੇਰ ਉਹ ਆ ਗਈ ਹੁਣ ਵਰਤ ਦੇ ਵੇਲੇ ਆ ਨਾ, ਹੁਣ ਦਊਗੀ ਮੱਤਾਂ। ਇਹ ਇਦਾਂ ਹੁੰਦਾ ਨਾ, ਸਾਨੂੰ ਨਹੀਂ ਚੰਗਾ ਲੱਗਦਾ, ਨੋਕਾ ਟੋਕੀ ਵਾਲਾ ਚੰਗਾ ਨਹੀਂ ਲੱਗਦਾ, ਪਸੰਦ ਨਹੀਂ ਆ। ਦੁਰਮਤ ਨੂੰ ਜੇ ਛੱਡਣਾ ਆ ਤਾਂ ਉਹਦੇ ਤੇ ਸਵਾਲੀਆ ਚਿੰਨ੍ਹ ਲੱਗੇਗਾ। ਇਹ ਕਿਉਂ, ਕਿਵੇਂ? ਵਿਚਾਰ ਚੋਂ ਹੀ ਨਿਕਲੇਗੀ ਨਾ ਸਾਰੀ ਗੱਲ। ਹੁਣ ਸਤਿਗੁਰੂ ਕਹਿੰਦੇ, ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸੇਈ, ਉਹ ਸਾਡੇ ਮਿੱਤਰ ਆ ਜਿਨ੍ਹਾਂ ਨੂੰ ਵੇਖਦਿਆਂ ਦੁਰਮਤ ਨਾਸ਼ ਹੋ ਜਾਏ। ਤੇ ਜੇ ਦੁਰਮਤ ਵਾਲੇ ਨੂੰ ਅਜੇ ਵੱਟ ਚੜ੍ਹਦਾ ਆ, ਮੱਥੇ ਤੇ ਤਿਉੜੀਆਂ ਪੈਂਦੀਆਂ, ਅਜੇ ਤਿਆਰੀ ਨਹੀਂ ਆ। ਜਿਹਦੀ ਤਿਆਰੀ ਆ ਨਾ, ਉਹਨੂੰ ਚਾਅ ਚੜੇਗਾ ਵੀ ਇਹ ਆਇਆ ਨਾ, ਹੁਣ ਮੈਨੂੰ ਕੁਝ ਚੰਗਾ ਦੱਸੇਗਾ, ਮੈਨੂੰ ਰੋਕੇਗਾ, ਮੇਰੀ ਬਾਂਹ ਫੜੇਗਾ, ਇਹਦੇ ਕੋਲ ਬਹਿਣ ਦਾ ਮੌਕਾ ਮਿਲਿਆ, ਕੁਝ ਸਿੱਖਾਂਗੇ, ਕੁਝ ਬੋਲਾਂਗੇ, ਕੁਝ ਸਵਾਲ ਹੋਣਗੇ, ਕੁਝ ਜਵਾਬ ਦੇਗਾ। ਪਰ ਜਿੱਥੇ ਤਿਆਰੀ ਨਹੀਂ, ਉਥੇ ਅੰਦਰ ਦੀ ਕੁੜੱਤਣ ਦਿਖਾਈ ਦੇਣੀ ਸ਼ੁਰੂ ਪੈ ਜਾਏਗੀ। ਹਉ ਟੁਣੇਂਦੀ ਜਗ ਸਬਾਇਆ, ਜਨ ਨਾਨਕ ਵਿਰਲੇ ਕਈ, ਵਿਰਲੇ ਕਈ। ਹਾਂਜੀ। ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਵਿਛਿਆ, ਮਨ ਕੀ ਕਟਿਐ ਮੈਲ ਸਾਧ ਸੰਗ ਉਠਿਆ, ਜਨਮ ਮਰਨ ਭਉ ਕਟਿਐ ਜਨ ਕਾ ਸ਼ਬਦ ਜਪ। ਹਾਂਜੀ, ਜਨਮ ਮਰਨ ਭਉ ਕਟਿਐ, ਹਾਂ ਠੀਕ ਹੈ, ਜਨ ਕਾ ਸ਼ਬਦ ਜਪ, ਬੰਧਨ ਖੋਲਣ ਸੰਤ
ਦੂਤ ਸਭ ਜਾਹੇ ਛਪ। ਬੰਧਨ ਖੋਲਣ ਸੰਤ, ਜਦੋਂ ਗੁਰੂ ਜੀ ਬੰਧਨ ਖੋਲਣ, ਤਾਂ ਹੁਣ ਬੰਧਨ ਖੋਲਣ ਦਾ ਅਰਥ ਹੈ ਵੀ ਜਿਹੜੀ ਗੰਢ ਵੱਜੀ ਆ ਉਹਨੂੰ ਖੋਲਣਾ। ਤੇ ਜੇ ਗੰਢਾਂ ਖੋਲੀਆਂ ਜਾਣਗੀਆਂ ਤਾਂ ਫਿਰ ਬਰਦਾਸ਼ਤ ਕਰਨਾ ਪਊਗਾ ਨਾ। ਜਦੋਂ ਗੰਢ ਖੁੱਲੇਗੀ ਕੁਛ ਨਾ ਕੁਛ ਤਾਂ ਹਿਲਜੁਲ ਹੋਏਗੀ ਨਾ। ਜਿਹੜੀਆਂ ਗੰਢਾਂ ਵੱਜੀਆਂ, ਜੇ ਗੰਢ ਖੋਲੀ ਜਾਏ ਤੇ ਕੁਛ ਨਾ ਕੁਛ ਤਾਂ ਖਿੱਚ ਧੂ, ਕੁਛ ਹਿਲਜੁਲ ਤਾਂ ਹੋਏਗੀ ਨਾ। ਇੱਥੇ ਹੀ ਰੌਲਾ ਹੈ। ਔਰ ਦੇਖਿਓ ਧਿਆਨ ਨਾਲ, ਜਦੋਂ ਕਦੀ ਆਪਾਂ ਪਹਿਲੇ ਸ਼ਲੋਕ ਨੂੰ ਵੇਖ ਰਹੇ ਸਾਂ, ਅਸਲ 'ਚ ਜਦੋਂ ਅਸੀਂ ਸਤਿਗੁਰੂ ਕੋਲ ਬਹਿੰਦੇ ਆ ਨਾ, ਜਦੋਂ ਵੀ ਸਤਿਗੁਰੂ ਕੋਲ ਬਹਿੰਦੇ, ਤੁਸੀਂ ਘਰ 'ਚ ਪਾਠ ਕਰਦੇ ਹੋ, ਸਵੇਰੇ ਨਿਤਨੇਮ ਦਾ ਪਾਠ ਕਰਦੇ ਹੋ, ਸ਼ਾਮ ਨੂੰ ਪਾਠ ਕਰਦੇ ਹੋ, ਗੁਰਦੁਆਰਾ ਸਾਹਿਬ ਜਾਂਦੇ ਹੋ, ਜਾਂ ਕਿਸੇ ਦੇ ਘਰ ਕਿਸੇ ਅਖੰਡ ਪਾਠ ਤੇ ਸਹਿਜ ਪਾਠ ਦੇ ਸਮਾਪਤੀ ਤੇ ਜਾਂਦੇ ਹੋ, ਕੀਰਤਨ ਤੇ ਜਾਂਦੇ ਹੋ, ਤਾਂ ਉੱਡ ਸ਼ਬਦ ਪੜਿਆ ਜਾ ਰਿਹਾ, ਗਾਇਆ ਜਾ ਰਿਹਾ, ਬਾਣੀ ਦਾ ਪਾਠ ਕੀਤਾ ਜਾ ਰਿਹਾ ਨਾ। ਧਿਆਨ ਨਾਲ ਸੁਣੋ। ਸਤਿਗੁਰੂ ਜਦੋਂ ਅਸੀਂ ਜਾਂਦੇ ਆ ਨਾ, ਸਤਿਗੁਰੂ ਸਾਡੇ ਨਾਲ ਹੀ ਗੱਲਾਂ ਕਰ ਰਹੇ ਆ। ਅਸੀਂ ਇੱਕ ਆ, ਦੋ ਆ, ਚਾਰ ਆ, ਭਾਵੇਂ ਉਹ ਕੀਰਤਨ ਦੇ ਰੂਪ 'ਚ ਗੱਲ ਹੋ ਰਹੀ, ਕਥਾ ਦੇ ਜਾਂ ਪਾਠ ਦੇ, ਸਤਿਗੁਰੂ ਸਾਡੇ ਨਾਲ ਹੀ ਗੱਲਾਂ ਕਰ ਰਹੇ ਆ। ਪਰ ਅਸੀਂ ਕਦੀ ਮਹਿਸੂਸ ਹੀ ਨਹੀਂ ਕਰਦੇ ਵੀ ਮਹਾਰਾਜ ਕੋਈ ਗੱਲਾਂ ਕਰ ਰਹੇ ਆ, ਜਿਹੜੀਆਂ ਗੱਲਾਂ ਸਾਡੇ ਜੀਵਨ 'ਚ ਕੰਮ ਆਉਣਗੀਆਂ। ਕੁਝ ਉਹ ਗੱਲਾਂ ਜਿਹੜੀਆਂ ਸਾਡੇ ਅੰਦਰ ਗਲਤ ਆ, ਉਹਨਾਂ ਨੂੰ ਕੱਢਿਆ, ਛਾਂਟਿਆ ਜਾ ਰਿਹਾ, ਵੱਢਿਆ ਜਾ ਰਿਹਾ ਵੀ ਇਹ ਛੱਡ ਦੇ। ਇੱਕ ਸ਼ਲੋਕ ਵੇਖੋ, ਕਬੀਰ ਸਾਧੂ ਕੋ ਮਿਲਣੇ ਜਾਈਏ। ਇੱਥੇ ਸਾਧੂ ਦਾ ਅਰਥ ਕੋਈ ਵਿਅਕਤੀ ਨਹੀਂ, ਸਾਧੂ ਦਾ ਅਰਥ ਹੈ ਗੁਰੂ। ਕਬੀਰ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੈ ਕੋਏ। ਸਾਥ ਨਾ ਲੀਜੈ ਕੋਏ, ਕਿਸੇ ਸੰਗੀ ਸਾਥੀ ਨੂੰ ਨਾਲ ਨਾ ਲੈ ਕੇ ਆਓ, ਨਹੀਂ। ਸਾਥ ਨਾ ਲੀਜੈ ਕੋਏ ਦਾ ਅਰਥ ਹੈ ਜੋ ਕੁਝ ਤੁਸੀਂ ਸਾਥ ਚੁੱਕੀ ਫਿਰਦੇ ਹੋ ਨਾ ਮਨ 'ਚ, ਜੋ ਵਲਵਲੇ ਵਲਾਵੇਂ ਆ, ਜੋ ਕੁਝ ਵੀ ਢੇਰ ਲੱਗੇ ਪਏ, ਇਹ ਨਾ ਨਾਲ ਲੈ ਕੇ ਆਇਓ। ਸਾਥ ਨਾ ਲੀਜੈ ਕੋਏ। ਤੇ ਅਗਲੀ ਲਾਈਨ 'ਚ ਕਹਿੰਦੇ ਆ, ਪਾਛੈ ਪਾਉ ਨਾ ਦੀਜੀਐ। ਜੇ ਆ ਗਿਆ ਤੇ ਪੈਰ ਨਾ ਪਿਛਾਂ ਖਿੱਚੀ, ਹੁਣ ਮੁੜ ਨਾ ਜਾਈ। ਪਾਛੈ ਪਾਉ ਨਾ ਦੀਜੀਐ, ਆਗੇ ਹੋਏ ਜੋ ਹੁੰਦਾ ਹੁਣ ਦੇ। ਤੇ ਇਹਨੇ ਬੋਲ ਪੜਨ ਨਾਲ ਇੱਥੇ ਗੁਜ਼ਾਰਾ ਨਹੀਂ ਹੋ ਜਾਂਦਾ। ਆਗੇ ਹੋਏ ਸੋ ਹੋਏ ਦਾ ਮਤਲਬ ਆ ਅੱਗੇ ਜੋ ਹੁੰਦਾ ਹੋਣ ਦੇ। ਭਾਵ ਜਦੋਂ ਤੂੰ ਗੁਰੂ ਵਾਲੇ ਪਾਸੇ ਆਉਣਾ ਨਾ, ਗੁਰੂ ਨੇ ਬਹੁਤ ਕੁਝ ਤੇਰਾ ਢਾ ਦੇਣਾ ਆ। ਬਰਦਾਸ਼ਤ ਕਰੀ ਉਹਨੂੰ ਤਗੜਾ ਹੋ ਕੇ। ਗੁਰੂ ਨੇ ਵਾਧੂ ਦੇ ਤੇਰੇ ਅੰਗ, ਵਾਧੂ ਦੀਆਂ ਟਾਹਣੀਆਂ ਜਿਹੜੀਆਂ ਐਵੇਂ ਖਿਲਰੀਆਂ ਪਏ, ਇਹ ਕੱਟ ਦੇਣੀਆਂ। ਗੁਰੂ ਨੇ ਮਾਲੀ ਹੈ ਨਾ, ਉਹ ਵਾਧੂ ਦੀਆਂ ਟਾਹਣੀਆਂ ਕੱਟ ਦੇਣੀਆਂ ਜਿਹੜੀਆਂ ਤੇਰੇ ਕਿਸੇ ਸੁੰਦਰਤਾ ਦੇ ਅੰਦਰ, ਤੇਰੇ ਵਿਕਾਸ ਦੇ ਅੰਦਰ, ਤੇਰੇ ਵਾਧੇ ਦੇ ਲਈ ਜੋ ਰੁਕਾਵਟ ਬਣ ਰਹੀਆਂ ਨਾ, ਉਹ ਕੱਟ ਦੇਣੀਆਂ ਉਹਨੇ। ਤੇ ਹੁਣ ਮਾਲੀ ਜਦੋਂ ਕਿਸੇ ਪੌਦੇ ਦੇ ਨੇੜੇ ਕੈਂਚੀ ਕਰਦਾ, ਉਹ ਕਟਰ ਕਰਦਾ, ਤੇ ਹੁਣ ਰੁੱਖ ਚੀਕਾਂ ਮਾਰੇ, ਰੋਵੇ, ਭੱਜੇ, ਤੋ ਸਵਾਰਿਆ ਜਾ ਸਕੇਗਾ? ਜੇ ਉਹਦੀ ਕਾਂਟ ਛਾਂਟ ਨਾ ਬਰਾਬਰ ਹੁੰਦੀ ਰਵੇ ਤੇ ਉਹ ਰੁੱਖ ਕਿੱਦਾਂ ਦਾ ਹੋ ਜਾਏਗਾ? ਜੰਗਲ ਦੀ ਕੋਈ ਕਾਂਟ ਛਾਂਟ ਨਹੀਂ ਨਾ ਕਰਦਾ। ਜੰਗਲ ਦੇ ਅੰਦਰ ਦੇਖੋ ਕੋਈ ਰਾਹ ਨਹੀਂ, ਉਜਾੜ ਹੋ ਜਾਂਦਾ ਆ, ਉੱਥੇ ਹਨੇਰਾ ਹੋ ਜਾਂਦਾ ਆ, ਕੁਛ ਨਹੀਂ, ਸਭ ਐ ਟਾਹਣੀਆਂ 'ਚ ਟਾਹਣੀਆਂ, ਰੁੱਖਾਂ 'ਚ ਰੁੱਖ ਫਸ ਜਾਂਦੇ ਆ। ਪਰ ਜਿਹੜੇ ਅਸੀਂ ਆਪ ਰੁੱਖ ਲਾਉਨੇ ਆ, ਉਹਨਾਂ ਦੀ ਕਾਂਟ ਛਾਂਟ ਕਰਦੇ ਆ, ਉਹ ਸੌਰਦੇ ਨੇ, ਉਹ ਸੋਹਣੇ ਲੱਗਦੇ ਨੇ, ਉਹਨਾਂ ਥੱਲੇ ਹਵਾ ਵੀ ਹੈ, ਉਹਨਾਂ ਥੱਲੇ ਬਹਿਣ ਨੂੰ ਥਾਂ ਵੀ ਹੈ, ਉਹ ਸੋਹਣੇ ਲੱਗਦੇ ਨਾ। ਰੁੱਖ ਦੀ ਕਾਂਟ ਛਾਂਟ ਜ਼ਰੂਰੀ ਹੈ, ਪਰ ਗੁਰੂ ਸਾਡੀ ਕਾਂਟ ਛਾਂਟ ਹਰ ਹਾਲਤ ਵਿੱਚ ਕਰਦਾ। ਤੋ ਸਤਿਗੁਰੂ ਦਾ ਅਸੀਂ ਵਾਕ ਪੜ੍ਹ ਰਹੇ ਹਾਂ ਨਾਲ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ, ਮਨ ਕੀ ਕਟੀਏ ਮੈਲ। ਮਨ ਕੀ ਕੱਟੀ ਜਾਂਦੀ ਆ। ਸਾਧ ਸੰਗ ਉਠਿਆਂ, ਜਨਮ ਮਰਨ ਭਉ ਕਟੀਐ, ਜਨ ਕਾ ਸ਼ਬਦ ਜਪ
ਬੰਧਨ ਖੋਲਣ ਸੰਤ, ਦੂਤ ਸਭ ਜਾਹੇ ਛਪ। ਹਾਂਜੀ। ਜਿਸ ਸਿਉ ਲਾਇਨ ਰੰਗ, ਜਿਸ ਦੀ ਸਭ ਤਾਰੀਆ, ਉੱਚੀ ਹੂੰ ਉੱਚਾ ਥਾਨ, ਅਗੰਮ ਅਪਾਰੀਆ। ਰਹਿਣ ਦਿਨਸ ਕਰ ਜੋੜ, ਸਾਸ ਸਾਸ ਧਿਆਈਐ, ਜਾਂ ਆਪੇ ਹੋਏ ਦਇਆਲ, ਤਾਂ ਭਗਤ ਸੰਗ ਪਾਈਐ। ਸ਼ਲੋਕ ਮਹਿਲਾ ਪੰਜਵਾ। ਬਾਰ ਵਿਰਾਨੜੈ ਹੁਮਸ ਧੁਮਸ, ਕੂਕਾਂ ਪਈਆਂ ਰਾਹੀ, ਤੋ ਸ਼ਹਿਰ ਛੇਤੀ ਨਗਰੀ ਡੋਰੀ, ਨਾਨਕ ਅਨੰਦ ਸੇਤੀ ਬਨ ਗਾਹੀ। ਮਹਿਲਾ ਪੰਜਵਾ। ਸੱਚੀ ਬੈਸਕ ਤਿਨਾ ਸੰਗ, ਜਿਨ ਸੰਗ ਜਪੀਐ ਨਾਉ, ਤਿਨ ਸੰਗ ਸੰਗ ਨਾ ਕੀਚਈ, ਨਾਨਕ ਜਿਨਾ ਆਪਣਾ ਸੁਆਉ। ਵਾਹ ਵਾਹ। ਪੌੜੀ। ਸਾਵੇਲਾ ਪਰਵਾਰ, ਜਿਤ ਸਤਿਗੁਰ ਭੇਟਿਆ, ਹੋਆ ਸਾਧੂ ਸੰਗ, ਫਿਰ ਦੁਖ ਨਾ ਤੇਟਿਆ। ਪਾਇਆ ਨਿਹਚਲ ਥਾਨ, ਫਿਰ ਗਰਭ ਨਾ ਲੇਟਿਆ, ਨਦਰੀ ਆਇਆ ਇੱਕ, ਸਗਲ ਬ੍ਰਹਮਿਟਿਆ। ਤਤ ਗਿਆਨ ਲਾਏ, ਧਿਆਨ ਦ੍ਰਿਸ਼ਟ ਸਮੇਟਿਆ। ਹਾਂਜੀ। ਤਤ ਗਿਆਨ ਲਾਏ, ਧਿਆਨ ਦ੍ਰਿਸ਼ਟ ਸਮੇਟਿਆ। ਸਭੋ ਜਪੀਐ ਜਾਪ, ਜੇ ਮੁਖੋਂ ਬੋਲੇਟਿਆ। ਹੁਕਮੇ ਬੁੱਧ ਨਿਹਾਲ, ਸੁਖ ਸੁਖੇਟਿਆ। ਪਰਖ ਖਜ਼ਾਨਾ ਪਾਏ, ਸੇ ਬੋਹੜ ਨਾ ਖੋਟਿਆ। ਠੀਕ ਹੈ ਜੀ। ਮਹਿਲਾ ਪੰਜਵਾ। ਵਿਚੋਏ ਜੰਬੂਰ, ਥਵੇ ਨ ਮੰਜਨ ਗਾਖੜੇ, ਜੇ ਸੋ ਤਨ ਮਿਲਨ, ਨਾਨਕ ਸੁਖ ਸੰਭੂ ਸੱਚ। ਮਹਿਲਾ ਪੰਜਵਾ। ਜਿਮੀ ਵਸੰਦੀ ਪਾਣੀਆਂ, ਇਤਣ ਰੱਖੈ ਪਾ, ਈਂਧਨ। ਨਾਨਕ ਜਿਮੀ ਬਸੰਦੀ ਪਾਣੀਆਂ, ਇਤਣ ਰੱਖੈ ਪਾ। ਨਾਨਕ ਸੋ ਸ਼ਾ, ਜਾਂ ਕੈ ਆਡ ਹਬ ਕੋ। ਪੌੜੀ। ਤੇਰੇ ਕੀਤੇ ਕੰਮ, ਤੁਧੈ ਹੀ ਉਚਰੇ, ਸੋਈ ਵਰਤੈ ਜਗ, ਜੇ ਕੀਆ ਤੁਧ ਤੁਰੇ। ਬਿਸਮ ਪਏ ਬਿਸਮਾਦ, ਦੇਖ ਕੁਦਰਤ ਤੇਰੀਆਂ, ਬਿੰਦੀ ਰਹਿਤੀ ਕਰੀਏ। ਸ਼ਰਨ ਪਰੇ ਤੇਰੀ। ਬਿਸਮ ਪਏ ਬਿਸਮਾਦ, ਦੇਖ ਕੁਦਰਤ ਤੇਰੀਆਂ, ਬਿੰਦੀ ਰਹਿਤੀ ਕਰੀਏ। ਤੇਰੀਆ। ਤੇਰੀਆ। ਸ਼ਰਨ ਪਰੇ ਤੇਰੀ, ਦਾਸ ਕਰ ਦਤ ਹੋਏ ਮੇਰੀਆਂ। ਇਹਦਾ ਨਾ ਜੀ ਵਿਸ਼ਰਾਮ ਥੋੜਾ ਧਿਆਨ ਰੱਖਣ ਵਾਲਾ ਹੈ। ਸ਼ਰਨ ਪਰੇ ਤੇਰੀ, ਦਾਸ ਕਰ ਗਤ ਹੋਏ ਮੇਰੀਆ। ਧਿਆਨ ਰੱਖਿਓ ਜੀ। ਫਿਰ ਮੈਂ ਇੱਕ ਵਾਰੀ ਬੋਲ ਦਿੰਦਾ। ਸ਼ਰਨ ਪਰੇ ਤੇਰੀ, ਦਾਸ ਕਰ ਗਤ ਹੋਏ ਮੇਰੀਆ। ਸ਼ਰਨ ਪਰੇ ਤੇਰੀ, ਦਾਸ ਕਰ ਗਤ ਹੋਈ ਮੇਰੀਆਂ। ਤੇਰੇ ਹੱਥ ਨਿਦਾਨ, ਪਾਵੇ ਤਿਸ ਤੇ, ਜਿਸਨੂੰ ਹੋਏ ਦਾਰ। ਹਰ ਨਾਮ ਸੇ ਅਗੰਮ ਅਗੋਚ ਬੇਅੰਤ, ਅੰਤ ਨ ਪਾਈਐ। ਜਿਸਨੂੰ ਹੋਏ ਕਿਰਪਾਲ, ਸੋ ਨਾਮ ਧਿਆਈਐ। ਸ਼ਲੋਕ ਪਹਿਲਾ ਪੰਜਵਾ। ਕਰ
ਕੜਛੀਆਂ ਫਿਰਾਂ ਸਵਾਉ ਨਾ ਜਾਣਨ ਸੁਣੀਆਂ ਸੇ ਮੁਖ ਦਿਸਨ ਨਾਨਕ ਤੇ ਪ੍ਰੇਮ ਰਸ ਮਹਿਲਾ ਪੰਜਵਾਂ। ਹਾਂਜੀ, ਸ਼ਲੋਕ ਦਰਸ਼ਨ ਕਰ ਰਹੇ ਹੋ ਜੀ ਤੁਸੀਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ। ਮਹਾਰਾਜ ਨੇ ਸਾਡੇ ਘਰਾਂ ਚੋਂ ਤੇ ਸਾਡੀ ਰਸੋਈ ਚੋਂ ਰੋਜ਼ਾਨਾ ਦੀ ਵਰਤੋਂ ਚੋਂ ਇੱਕ ਖਾਸ ਸਾਡੀ ਲੋੜ ਕੜਛੀ ਨੂੰ ਸਾਹਮਣੇ ਲਿਆਂਦਾ। ਪਰ ਬਾਬਾ ਜੀ ਕਹਿੰਦੇ ਨੇ ਕੜਛੀਆਂ ਫਿਰਨ ਸਵਾਓ ਨਾ ਜਾਣਨ, ਫਿਰ ਕਹਿੰਦੇ ਨੇ ਸੁਣੀਆਂ। ਆਪਾਂ ਸਾਰੇ ਹੀ ਪਰਿਵਾਰਾਂ ਵਾਲੇ ਆ, ਰਿਸ਼ਤੇਦਾਰੀ 'ਚ ਭੈਣਾਂ ਭਰਾਵਾਂ 'ਚ ਭਾਈਚਾਰੇ 'ਚ ਆਪਾਂ ਵਿਚਰਦੇ ਆ। ਮੈਨੂੰ ਇੱਕ ਗੱਲ ਦੱਸਿਓ ਕਿ ਜਦੋਂ ਆਪਾਂ ਕਿਤੇ ਜਾਂਦੇ ਆ ਜਾਂ ਆਪਣੇ ਘਰੇ ਕੋਈ ਆਉਂਦਾ, ਕਿਉਂਕਿ ਸੰਸਾਰ ਦਾ ਮੇਲ ਜੋਲ ਆ ਨਾ, ਅਸੀਂ ਆਉਂਦੇ ਜਾਂਦੇ ਰਹਿੰਦੇ ਆ, ਇੱਕ ਦੂਜੇ ਦੇ ਦੁੱਖ ਸੁੱਖ ਤੇ ਸਭ ਇਕੱਠੇ ਹੁੰਦੇ, ਭਾਈਚਾਰਾ ਭੈਣ ਭਰਾ ਸਾਰੇ ਜਾਂਦੇ ਆਉਂਦੇ ਆ। ਹਾਂ, ਜਦੋਂ ਕੋਈ ਆਉਂਦਾ ਜਾਂਦਾ ਆ ਸਾਡੇ ਘਰ ਤਾਂ ਸਾਡਾ ਸਾਰਿਆਂ ਦਾ ਹੀ ਫਰਜ਼ ਵੀ ਬਣਦਾ ਤੇ ਅਸੀਂ ਕਰਦੇ ਵੀ ਆ ਕਿ ਜੋ ਘਰ ਆਇਆ ਉਹਨੂੰ ਚਾਹ ਪਾਣੀ ਵੀ ਪਿਆਉਣਾ, ਔਰ ਅਗਲਾ ਪੜਾਅ ਆਉਂਦਾ ਕਿ ਅਸੀਂ ਉਹਨੂੰ ਰੋਟੀ ਖਾਣ ਲਈ ਵੀ ਪ੍ਰੇਰਦੇ ਹਾਂ ਕਿ ਤੁਸੀਂ ਪ੍ਰਸ਼ਾਦਾ ਵੀ ਛਕ ਕੇ ਜਾਇਓ, ਹੈ ਨਾ ਜੀ, ਏਦਾਂ ਹੀ ਹੈ ਨਾ। ਕਦੀ ਆਪਾਂ ਕਿਸੇ ਦੇ ਘਰ ਗਏ ਆ, ਰਿਸ਼ਤੇਦਾਰੀ 'ਚ ਗਏ ਆ, ਕਿਸੇ ਭੈਣਾਂ ਭਰਾਵਾਂ ਕੋਲ ਗਏ ਆ, ਉਹਨਾਂ ਨੇ ਬੜਾ ਚਾਅ ਕੀਤਾ, ਚਾਹ ਪਾਣੀ ਵੀ ਪੀਤਾ, ਫਿਰ ਪ੍ਰਸ਼ਾਦੇ ਦੀ ਵਾਰੀ ਆਈ, ਪ੍ਰਸ਼ਾਦਾ ਵੀ ਛਕਿਆ। ਹੁਣ ਜਿੰਨਾ ਜਿਹਦੇ 'ਚ ਜ਼ੋਰ ਹੁੰਦਾ, ਹਰੇਕ ਹੀ ਆਪਣੇ ਵੱਲੋਂ ਲਾਉਂਦਾ ਕਿ ਮੈਂ ਵਧੀਆ ਮਤਲਬ ਸੇਵਾ ਕਰਾਂ, ਮੇਰੇ ਕੋਲ ਇਹਨਾਂ ਕਿਹੜਾ ਰੋਜ਼ ਆਉਣਾ, ਕਦੀ ਕਦਾਈ ਆਉਂਦੇ ਆ, ਹੁੰਦਾ ਏਦਾਂ, ਚਾਅ ਹੁੰਦਾ ਹਰੇਕ ਦੇ ਕੋਲ। ਤੇ ਉਹ ਜਦੋਂ ਕੋਈ ਪ੍ਰਸ਼ਾਦਾ ਪਾਣੀ ਆਪਾਂ ਛਕਦੇ ਆ ਤਾਂ ਸਾਨੂੰ ਲੱਗਦਾ ਵੀ ਬੜਾ ਸਵਾਦ, ਬਹੁਤ ਕਮਾਲ ਕੀਤੀ ਆ, ਬੜੀ ਰੀਝ ਨਾਲ ਤਿਆਰ ਕੀਤਾ। ਅਸੀਂ ਉਸ ਘਰ ਵਿੱਚ ਬੈਠੇ ਹੋਏ, ਉਸ ਪਰਿਵਾਰ ਵਿੱਚ ਬੈਠੇ ਹੋਏ ਭੋਜਨ ਦੇ ਗਾਹਕ ਆ ਕਿ ਜਾਂ ਅਸੀਂ ਇਹ ਕਹਿੰਦੇ ਆ ਉਹ ਭਾਂਡੇ ਲਿਆਓ, ਕਿਹੜਿਆਂ ਭਾਂਡਿਆਂ 'ਚ ਬਣਾਇਆ, ਕੀ ਕਹਿੰਦੇ ਆ? ਘਰ ਦੀ ਮਾਲਕਣ ਨੂੰ, ਭੈਣ ਨੂੰ, ਮਾਂ ਨੂੰ, ਧੀ ਨੂੰ ਅਸੀਂ ਕਹਿੰਦੇ ਆ ਪੁੱਤ ਬੜਾ ਸੋਹਣਾ ਪ੍ਰਸ਼ਾਦਾ, ਬੱਲੇ ਬੱਲੇ, ਬੜਾ ਸਵਾਦ, ਕਮਾਲ ਕਰਤੀ, ਏਦਾਂ ਕਹਿੰਦੇ ਨਾ, ਮਾਂ ਜੀ ਪ੍ਰਸ਼ਾਦਾ ਬੜਾ ਸਵਾਦ, ਧੀਏ ਬੜੀ ਰੋਟੀ ਕਮਾਲ, ਵਾਹ ਕਿੰਨੀ ਰੀਝ ਨਾਲ ਤੂੰ ਤਿਆਰ ਕੀਤੀ। ਕੋਈ ਨਹੀਂ ਕਹਿੰਦਾ ਕਿ ਉਹ ਕੜਛੀ ਲਿਆ ਜਿਹਦੇ ਨਾਲ ਹੀ ਵਰਤਾਇਆ, ਉਹ ਕੜਛੀ ਕਿਹੜੇ ਮਾਰਕੇ ਦੀ ਆ, ਉਹ ਸਟੀਲ ਦੀ ਆ, ਉਹ ਪਿੱਤਲ ਦੀ ਆ, ਉਹ ਸੋਨੇ ਦੀ ਆ, ਉਹ ਚਾਂਦੀ ਦੀ ਆ, ਕੜਛੀਆਂ ਚੋਂ ਕਿਸੇ ਨੇ ਕੀ ਲੈਣਾ ਬਈ? ਜੇ ਮੈਂ ਗਲਤ ਹੋਇਆ ਮੈਨੂੰ ਦੱਸ ਦਿਓ। ਕੜਛੀਆਂ ਦਾ ਕੋਈ ਗਾਹਕ ਨਹੀਂ, ਕੜਛੀਆਂ ਦਾ ਕੰਮ ਵਰਤਾਉਣਾ, ਭਾਂਡਿਆਂ ਦਾ ਕੰਮ ਬਣਾਉਣਾ। ਅਸੀਂ ਗਾਹਕ ਕਾਹਦੇ ਆ? ਭੋਜਨ ਦੇ। ਅਸੀਂ ਗਾਹਕ ਆ ਸਬਜ਼ੀ ਦੇ, ਖੀਰ ਦੇ, ਠੀਕ ਹੈ ਨਾ ਜੀ। ਪਰ ਕਮਾਲ ਦੀ ਗੱਲ ਆ, ਬਾਬਾ ਜੀ ਨੇ ਆਖਿਆ ਕੜਛੀਆਂ ਪਤੀਲਿਆਂ 'ਚ ਫਿਰਦੀਆਂ ਜ਼ਰੂਰ ਆ, ਪਰ ਕੜਛੀਆਂ ਨੂੰ ਜੇ ਪੁੱਛੋ ਕਿੱਦਾਂ ਦਾ ਲੂਣ ਆ, ਕਿੱਦਾਂ ਦੀ ਇਹ ਖੀਰ, ਮਿੱਠੀ ਕਿ ਫਿੱਕੀ, ਕੜਛੀਆਂ ਵਿਚਾਰੀਆਂ ਕੀ ਜਾਣਨ। ਕੜਛੀਆਂ ਕੋਲ ਸਵਾਦ ਥੋੜੀ ਆ, ਕੜਛੀਆਂ ਨੇ ਕੁਝ ਖਾਧਾ ਥੋੜੀ ਆ, ਕੜਛੀਆਂ ਨੇ ਤਾਂ ਸਿਰਫ ਹਿਲਾਇਆ, ਸੜਨ ਤੋਂ ਬਚਾਇਆ, ਇਹੀ ਕੰਮ ਹੈ ਨਾ ਕੜਛੀ ਦਾ। ਕਿਉਂ ਭੈਣਾ ਮੈਨੂੰ ਦੱਸ ਦਿਓ, ਕੜਛੀ ਦੇ ਇੰਨਾ ਕੀ ਕੰਮ ਹੈ ਨਾ, ਸੜਨ ਤੋਂ ਬਚਾਇਆ, ਉਸਨੇ ਉਸਨੂੰ ਹਿਲਾਇਆ। ਹਾਂ, ਕੀ ਆਖੀਏ, ਸਾਡੀ ਕੌਮ ਭੋਜਨ ਦੀ ਗਾਹਕ ਨਹੀਂ, ਸਾਡੀ ਕੌਮ ਕੜਛੀਆਂ ਦੀ ਗਾਹਕ ਆ।
ਕੜਛੀਆਂ ਦੀ ਗਾਹਕ। ਚੰਗਾ ਭਲਾ ਗੁਰਦੁਆਰੇ ਦਾ ਲੋਕਲ ਕੀਰਤਨੀਆਂ ਜਿੰਨਾ ਮਰਜ਼ੀ ਜ਼ੋਰ ਲਾਈ ਜਾਵੇ, ਜਿੰਨੇ ਵਿਚਾਰਾ ਮਰਜ਼ੀ ਮਿਹਨਤ ਕਰਕੇ ਉਹ ਸ਼ਬਦ ਪੜ੍ਹੇ, ਉਹਨੂੰ ਕੋਈ ਸੁਣ ਨਹੀਂ ਜਾਂਦਾ। ਫਿਰ ਜੇ ਉੱਥੇ ਪਤਾ ਲੱਗੇ ਕਿ ਫਲਾਣਾ ਸੋਂ ਫਲਾਣੇ ਥਾਂ ਤੋਂ ਅੱਜ ਇੰਨੇ ਵਜੇ ਆ ਰਿਹਾ ਨਾ, ਤਾਂ ਫਿਰ ਬਹਿਣ ਨੂੰ ਥਾਂ ਨਹੀਂ। ਭਾਈ ਬਾਣੀ ਦਾ ਹੀ ਕੀਰਤਨ ਉਹਨੇ ਕੀਤਾ, ਬਾਣੀ ਦਾ ਹੀ ਕੀਰਤਨ ਉਹਨੇ ਕੀਤਾ, ਉਹਨੇ ਕੁਝ ਵੱਖਰਾ ਲਿਖ ਕੇ ਨਹੀਂ ਲਿਆਂਦਾ। ਇਹ ਕੜਛੀਆਂ ਦੇ ਗਾਹਕ ਆ। ਇਹ ਕੜਛੀਆਂ ਵੇਖਣ ਜਾਂਦੇ ਕਿਹੜੇ ਮਾਰਕੇ ਦੀਆਂ ਆਈਆਂ, ਕਿੱਥੋਂ ਆਈਆਂ, ਚਾਂਦੀ ਦੀ ਆਈ, ਸੋਨੇ ਦੀ ਆਈ, ਸਟੀਲ ਦੀ ਆਈ, ਕਿਹੜੀ ਕੜਛੀ ਆਈ। ਇਹਨਾਂ ਭੋਜਨ ਥੋੜਾ ਛਕਣਾ ਹੈ। ਬੋਲੋ ਭਾਈ, ਇਹਨਾਂ ਭੋਜਨ ਛਕਣਾ ਹੈ। ਜਿਨ੍ਹਾਂ ਨੇ ਭੋਜਨ ਛਕਣਾ ਨਾ, ਉਹ ਘਰੇ ਵੀ ਧੀ ਪੁੱਤਰ ਨੂੰ ਕਹਿਣਗੇ ਪੁੱਤਰ ਪਾਠ ਸੁਣਾ। ਉਹ ਬਾਹਰ ਵੀ ਸੁਣ ਲੈਣਗੇ। ਘਰ ਵਾਲਾ ਕਿਉਂ ਮਾੜਾ? ਘਰ ਵਾਲਾ ਪਾਠ ਨਹੀਂ, ਬਾਪੂ ਜੀ ਪਾਠ ਕਰਨ ਨਹੀਂ ਸੁਣਿਆ ਜਾ ਸਕਦਾ, ਧੀ ਪਾਠ ਕਰੇ ਨਹੀਂ ਸੁਣਿਆ ਜਾ ਸਕਦਾ, ਨੂੰਹ ਨੂੰ ਬਿਠਾਇਆ ਜਾ ਸਕਦਾ ਨਾ, ਪੁੱਤ ਤੂੰ ਚੱਲ ਪਾਠ ਕਰ ਲਾ। ਪਰ ਨਹੀਂ, ਭਾਈ ਸਾਹਿਬ ਐ ਪ੍ਰੈਸ ਕੀਤੇ ਕੱਪੜੇ, ਗਲ ਚ ਪਾਇਆ ਪਰਨਾ, ਉਹ ਗੁਰਦੁਆਰਿਓਂ ਸੱਦ ਕੇ ਲਿਆਓ, ਫਿਰ ਸਾਰਾ ਟੱਬਰ ਹੱਥ ਜੋੜ ਕੇ ਖਲੋ, ਫਿਰ ਭਾਈ ਸਾਹਿਬ ਪਾਠ ਕਰਨ। ਹਾਏ 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 ਹਾਏ, ਅੱਜ ਭਾਈ ਨੇ ਪਾਠ ਕੀਤਾ। ਇਹ ਘਰ ਵਾਲਿਆਂ ਨੂੰ ਵੀ ਕਹਿ ਲਿਆ ਕਰੋ ਕਦੀ ਕਦੀ। ਅਸੀਂ ਭੋਜਨ ਦੇ ਗਾਹਕ ਨਹੀਂ ਆ। ਔਰ ਜੇ ਭੋਜਨ ਹੈ ਸਾਡੇ ਲਈ ਗੁਰਬਾਣੀ। ਜੇ ਅਸੀਂ ਗੁਰਬਾਣੀ ਦੇ ਗਾਹਕ ਹੋਈਏ ਤੇ ਅਸੀਂ ਕੜਛੀਆਂ ਦਾ ਖਹਿੜਾ ਛੱਡ ਦਿਆਂਗੇ। ਅਸੀਂ ਆ ਕੜਛੀਆਂ ਦੇ ਗਾਹਕ, ਭਾਂਡਿਆਂ ਦੇ ਗਾਹਕ। ਕਿਹੜੇ ਭਾਂਡੇ 'ਚ ਪਾਇਆ, ਕਿਹੜੀ ਕੜਛੀ ਨੇ ਵਰਤਾਇਆ। ਭੋਜਨ ਤਾਂ ਵਿਚਾਰਾ ਪਿਆ ਹੀ ਰਹਿ ਗਿਆ, ਭੋਜਨ ਤਾਂ ਪਿਆ ਹੀ ਰਹਿ ਗਿਆ। ਥੋੜਾ ਜਿਹਾ ਬਸ ਤੁਹਾਡੇ ਅੱਗੇ ਅਗਲਿਆਂ ਨੇ ਜ਼ੋਰ ਲਾਇਆ, ਖਰਚਾ ਕੀਤਾ, ਖੰਡ ਲਿਆਂਦੀ, ਸਬਜ਼ੀ ਲਿਆਂਦੀ, ਦੁੱਧ ਲਿਆਂਦਾ, ਮਾਰ ਸਾਰਾ ਕੁਝ ਇਕੱਠਾ ਕੀਤਾ। ਸਾਡੇ ਘਰੇ ਪ੍ਰਾਹੁਣੇ ਆਉਣੇ ਤੇ ਪ੍ਰਾਹੁਣਿਆਂ ਅੱਗੇ ਭੋਜਨ ਰੱਖਿਆ ਵੀ ਆ ਲਓ ਬਈ ਖਾਓ, ਲੋੜ ਮੁਤਾਬਕ ਲੈ ਲਓ। ਤੇ ਪ੍ਰਾਹੁਣੇ ਕਦੀ ਥਾਲੀਆਂ ਮੋਧੀਆਂ, ਕਦੀ ਸਿੱਧੀਆਂ, ਕਦੀ ਕੜਛੀਆਂ। ਆਏ ਹਾਏ ਆ ਕੜਛੀ, ਓਏ ਹੋਏ ਵੇਖ ਡੰਡੀ, ਵੇਖ ਬੱਲੇ ਕਮਾਲ। ਤੇ ਭੋਜਨ ਠੰਡਾ ਹੋ ਜਾਏ ਤੇ ਰਿਸ਼ਤੇਦਾਰ ਕੀ ਸੋਚਣਗੇ? ਕੀ ਸੋਚਣਗੇ ਜੀ ਦੱਸੋ? ਔਰ ਜੇ ਘਰੇ ਬਜ਼ੁਰਗ ਹੋਇਆ ਬਾਪੂ ਜੀ ਵਰਗਾ, ਫਿਰ ਕਹੇਗਾ ਨਾ ਵੀ ਆ ਵੀ ਖਾ ਲਓ। ਭਾਂਡਿਆਂ 'ਚ ਕੀ ਰੱਖਿਆ? ਭਾਂਡੇ ਤੇ ਤੁਹਾਡੇ ਘਰ ਵੀ ਸਾਡੇ ਘਰ ਇੱਕੋ ਜਿਹੇ ਭਾਂਡੇ ਨੇ, ਭਾਂਡਿਆਂ ਦਾ ਕੀ ਰੌਲਾ ਹੈ ਭਾਈ? ਕਹਿ ਦੇਗਾ ਨਾ। ਹੋ ਸਕਦਾ ਕੋਈ ਬਰਾਬਰ ਦਾ ਹੋਵੇ, ਸੰਗ ਦਾ ਸੁੰਗ ਦਾ ਰਹਿ ਜਾਏ। ਜੇ ਬਜ਼ੁਰਗ ਘਰ ਵਿੱਚ ਹੋਵੇ ਤਾਂ ਫਿਰ ਕਈ ਵਾਰੀ ਕਹਿਣ ਦੀ ਸਮਰੱਥਾ ਰੱਖਦਾ ਹੁੰਦਾ ਤੇ ਕਹਿ ਦਿੰਦਾ ਹੁੰਦਾ। ਭੋਜਨ ਖਾਈਏ, ਠੀਕ ਹੈ ਜੀ। ਬਜ਼ੁਰਗ ਬੈਠੇ ਆ, ਮੇਰੀਆਂ ਵੱਡੀਆਂ ਮਾਵਾਂ ਬੈਠੀਆਂ। ਅੱਜ ਦਾ ਮਾਹੌਲ ਥੋੜਾ ਜਿਹਾ ਬਦਲ ਗਿਆ। ਬਾਪੂ ਜੀ ਬੈਠੇ ਆ। ਪੁਰਾਣਾ ਸਿਲਸਿਲਾ ਸੀਗਾ ਵੀ ਭਾਂਡਿਆਂ ਦੀ ਲੋੜ ਨਹੀਂ, ਹੱਥ ਤੇ ਰੱਖ ਕੇ ਵੀ ਗੁਜ਼ਾਰਾ ਹੋ ਜਾਂਦਾ। ਖਾਣਾ ਤੇ ਭੋਜਨ ਆ ਨਾ, ਉਹ ਭਾਂਡਿਆਂ ਨੇ ਢਿੱਡ ਥੋੜਾ ਭਰਨਾ ਹੈ। ਜੇ ਸੋਨੇ ਦੀ ਕੜਛੀ ਨਾਲ ਵੀ ਵਰਤਾ ਲੋਗੇ, ਸੋਨੇ ਦੀ ਕੜਛੀ ਨੇ ਢਿੱਡ ਨਹੀਂ ਭਰਨਾ, ਭਰਨਾ ਤਾਂ ਭੋਜਨ ਨੇ ਢਿੱਡ ਆ। ਸਾਡਾ ਸੰਬੰਧ ਤਾਂ ਗੁਰਬਾਣੀ ਨਾਲ ਸੀ। ਕਿਹੜੇ ਰਾਹ ਪੈ ਗਏ ਅਸੀਂ? ਕਿੱਧਰ ਚਲੇ ਗਏ ਅਸੀਂ? ਅਸੀਂ ਠੀਕ ਆ, ਉਲਝਾ ਦਿੱਤਾ ਗਿਆ। ਪਰ ਮੈਂ ਇਹ ਵੀ ਕਹਿਣਾ ਕਿ ਉਲਝਾਉਣ ਵਾਲਿਆਂ ਵੀ ਉਲਝਾਇਆ, ਲੇਕਿਨ ਅਸੀਂ ਖੁਦ ਵੀ ਉਲਝਣ ਲਈ ਤਿਆਰ ਸੀ। ਮੈਂ ਨਹੀਂ ਕਹਿੰਦਾ ਕਿ ਜਿਨ੍ਹਾਂ ਕੋਲ ਵੱਧ ਗੁਣ ਆ ਜਾਂ ਜਿਹੜੇ ਵੱਧ ਮਿਹਨਤ ਕਰਨ ਵਾਲੇ ਬੰਦੇ ਨੇ ਉਹਨਾਂ ਦਾ ਕੋਈ ਸਤਿਕਾਰ ਜਾਂ ਮਾਣ ਵਾਲਾ ਮਸਲਾ ਨਹੀਂ। ਮੈਂ ਇਹ ਨਹੀਂ ਕਹਿ ਰਿਹਾ। ਪਰ ਮੈਂ ਕਹਿੰਦਾ ਕਿ ਜਿਹਦੇ ਕੋਲ ਥੋੜਾ ਵੀ ਹੈ,
ਸਾਡਾ ਸੰਬੰਧ ਬਾਣੀ ਨਾਲ ਹੈ, ਅਸੀਂ ਉਹਦੇ ਨਾਲ ਵੀ ਉਦਾਂ ਦਾ ਹੀ ਵਿਹਾਰ ਕਰ ਸਕਦੇ ਹਾਂ। ਜ਼ਰੂਰੀ ਨਹੀਂ ਕਿ ਅਸੀਂ ਕੜਛੀਆਂ ਮਾਰ ਕੇ ਵੇਖਦੇ ਫਿਰੀਏ ਕਿ ਕਿਹੜੀ ਕੰਪਨੀ ਨੇ ਕੜਛੀ ਬਣਾਈ ਤੇ ਕਿੱਥੋਂ ਆਈ ਤੇ ਕਿਹੜੇ ਸ਼ਹਿਰੋਂ ਆਈ ਤੇ ਕਿਹੜਾ ਇਹ ਧਾਤ ਆ, ਸੋਨਾ ਆ, ਚਾਂਦੀ ਕਿ ਸਟੀਲ ਆ। ਸਾਨੂੰ ਉਸ ਚੱਕਰ ਚੋਂ ਬਾਹਰ ਨਿਕਲ ਕੇ ਸਾਨੂੰ ਭੋਜਨ ਵੱਲ ਧਿਆਨ ਦੇਣਾ ਚਾਹੀਦਾ। ਅਸੀਂ ਕੜਛੀਆਂ ਤਾਂ ਬਥੇਰੀਆਂ ਬਦਲ ਬਦਲ ਕੇ ਵੇਖ ਲਈਆਂ, ਪਰ ਭੋਜਨ ਸਾਡਾ ਜਿਉਂ ਦਾ ਤਿਉਂ ਹੀ ਰਹਿ ਗਿਆ। ਅਸੀਂ ਭੁੱਖੇ ਮਰੇ। ਭੋਜਨ ਸਾਡਾ ਜਿਉਂ ਦਾ ਤਿਉਂ ਪਿਆ ਰਹਿ ਗਿਆ, ਅਸੀਂ ਭੁੱਖੇ ਮਰੇ। ਤੇ ਭੁੱਖਿਆਂ ਮਰਦਿਆਂ ਨੇ ਜਦੋਂ ਚੇਤਾ ਆਇਆ, ਹਾਏ 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 ਭੁੱਖ ਲੱਗੀ, ਢਿੱਡ ਖਾਲੀ, ਤਾਂ ਭੁੱਖਿਆਂ ਮਰਦਿਆਂ ਨੇ ਫਿਰ ਐਵੇਂ ਹੀ ਕਦੀ ਕਿਸੇ ਡੇਰੇ ਵਾਲਾ ਹੱਥ ਅੱਡਿਆ, ਮੈਨੂੰ ਨਾਮ ਦੇ, ਦੂਜੇ ਨੇ ਆਖਿਆ ਮੈਨੂੰ ਨਾਮ ਦੇ, ਕੋਈ ਇੱਧਰ ਭੱਜਿਆ ਕੋਈ ਉੱਧਰ ਭੱਜਿਆ। ਭੋਜਨ ਸਾਹਮਣੇ ਪਿਆ, ਖਾਦਾ ਨਹੀਂ ਗਿਆ, ਅਸੀਂ ਕੜਛੀਆਂ ਦੇ ਗਾਹਕ ਰਹਿ ਤੇ ਫਿਰ ਭੁੱਖੇ ਮਰਦੇ ਅਸੀਂ ਭੱਜੇ ਡੇਰਿਆਂ ਨੂੰ। ਠੀਕ ਹੈ ਨਾ ਜੀ। ਗੁਰੂ ਅਰਜਨ ਸਾਹਿਬ ਨੇ ਕਿਹਾ ਸੀ ਨਾ, ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵਾਧੋ ਜਾਏ। ਐਡਾ ਸੋਹਣਾ ਖਜ਼ਾਨਾ ਕਮਾ ਲਿਆ। ਰੋਜ਼ ਪੜ੍ਹਦੇ ਹੋ ਰਹਿਰਾਸ ਦੇ ਅੰਦਰ, ਰੋਜ਼ ਥਾਲ ਵਿੱਚ 3 ਵਸਤੂ, ਔਰ 3 ਵਸਤੂਆਂ ਕਿਹੜੀਆਂ? 7 ਸੰਤੋਖ, ਤੇ ਤੀਜੀ ਹੈ ਠਾकुर का अमृत नाम। तीजी है ठाकुर का अमृत नाम। अमृत नाम दी 7 संतोख दी विचार इस थाली च परोसी है भाई। और नाल महाराज हदायत करते ने, आखते ने, जे को खावे जे को भुंचै तिसका होए उधारो। उधार ओदा होएगा जेड़ा खाएगा पचाएगा। ते फिर वार्निंग पता की देंदे आ, ਇਹ ਵਸਤ ਤਜੀ ਦਾ ਅਰਥ ਹੈ ਛੱਡੀ। ਇਹ ਛੱਡੀ ਨਹੀਂ ਜਾ ਸਕਦੀ, ਗੁਜ਼ਾਰਾ ਨਹੀਂ ਆ। ਰੋਟੀ ਤੋਂ ਬਿਨਾਂ ਗੁਜ਼ਾਰਾ ਹੈ? ਪਾਣੀ ਤੋਂ ਬਿਨਾਂ ਗੁਜ਼ਾਰਾ ਹੈ? ਨਹੀਂ ਆ। ਇਹ ਵਸਤ ਤਜੀ ਨਾ ਜਾਈ, ਨਿਤ ਨਿਤ ਹਰ ਵੇਲੇ ਰੱਖ ਉਰ ਤਾਰੋ। ਹਰ ਵੇਲੇ ਹਿਰਦੇ ਚ ਧਾਰਨ। ਉਰ ਦਾ ਅਰਥ ਹੈ ਹਿਰਦਾ। ਔਰ ਧਾਰੋ, ਔਰ ਵਿੱਚ ਸਿਹਾਰੀ ਲੱਗੀ ਹੋਏਗੀ, ਵੇਖ ਲਿਓ। ਔਰ ਧਾਰੋ, ਹਰ ਵੇਲੇ ਇਹਨੂੰ ਨਿਤ ਨਿਤ ਹਿਰਦੇ ਚ ਧਾਰਨ ਕਰਕੇ ਰੱਖੋ। ਦੁਬਾਰਾ ਸ਼ਲੋਕ ਵੱਲ ਪਰਤਦੇ ਆ। ਕੜਛੀਆਂ ਫਿਰਨ ਸਵਾਓ ਨਾ ਜਾਣਨ ਸੁਣੀਆਂ। ਕੜਛੀਆਂ ਫਿਰਦੀਆਂ ਨੇ, ਸਵਾਦ ਨਹੀਂ ਦੱਸ ਸਕਦੀਆਂ। ਕੜਛੀਆਂ ਪਰੋਸ ਸਕਦੀਆਂ, ਕਹਿ ਨਹੀਂ ਸਕਦੀਆਂ ਇਹ ਕੌੜਾ ਆ, ਮਿੱਠਾ ਆ, ਫਿੱਕਾ ਆ, ਨਹੀਂ ਦੱਸ ਸਕਦੀਆਂ। ਇਹ ਤਾਂ ਖਾਣ ਵਾਲਾ ਹੀ ਦੱਸੇਗਾ ਨਾ। ਕਿਉਂ ਜੀ? ਇਹ ਤਾਂ ਖਾਣ ਵਾਲਾ ਹੀ ਦੱਸੇਗਾ ਨਾ। ਕੜਛੀ ਨੇ ਸਬਜ਼ੀ ਸਾਡੇ ਥਾਲੀ ਵਿੱਚ ਪਾ ਦਿੱਤੀ, ਪਰ ਕੜਛੀ ਨੇ ਇਹ ਨਹੀਂ ਕਿਹਾ ਇਹਦੇ 'ਚ ਲੂਣ ਵੱਧ ਹੈ ਕਿ ਘੱਟ ਹੈ, ਤੇ ਖਾਣ ਵਾਲੇ ਨੇ ਹੀ ਦੱਸਿਆ। ਖਾਦਿਆਂ ਹੀ ਪਤਾ ਲੱਗਾ। ਕੜਛੀ ਤਾਂ 1 ਘੰਟਾ ਪਤੀਲੇ 'ਚ ਹੀ ਘੁੰਮਦੀ ਰਹੀ, ਪਰ ਕੜਛੀ ਨੇ ਨਹੀਂ ਕੁਝ ਵੀ ਕਿਹਾ। ਇਸ ਕਰਕੇ ਭਾਈ ਕੌਮੀ ਦੁਖਾਂਤ ਸਾਡਾ ਬਣਿਆ, ਉਹਦੇ 'ਚੋਂ ਅਸੀਂ ਬਾਹਰ ਨਿਕਲੀਏ। ਅਸੀਂ ਗੁਰਬਾਣੀ ਸਾਡੇ ਕੋਲ ਮੁੱਖ ਆ, ਸਾਡਾ ਭੋਜਨ ਆ, ਇਹ ਅਸੀਂ ਖਾਈਏ, ਵਰਤੀਏ ਤੇ ਬਲਵਾਨ ਬਣੀਏ, ਤਕੜੇ ਹੋਈਏ ਅਸੀਂ। ਹਾਂਜੀ, ਇਸੇ ਸ਼ਲੋਕ ਦਾ। ਹਾਂਜੀ, 11ਵੀਂ ਪੌੜੀ ਦੀ ਪੰਕਤੀ। ਹਾਂਜੀ ਹਾਂਜੀ ਹਾਂਜੀ, ਮੇਰੇ ਕੋਲ ਪਾਠ ਜਿਹੜਾ ਜੀ 11ਵੀਂ ਪੌੜੀ ਦੇ ਵਿੱਚ, ਜਿਸ ਨੂੰ ਹੋਏ ਦਇਆਲ ਹਰ ਨਾਮ ਸੇ ਲੈ। ਸੱਸੇ ਨੂੰ ਲਾਂ, ਈੜੀ ਨੂੰ ਸਿਹਾਰੀ ਹੈ। ਹਾਂਜੀ, ਨਹੀਂ, ਮੇਰੇ ਕੋਲ ਵੀ ਦਰਪਣ ਪੋਥੀ ਹੈ, ਇੱਥੇ ਵੀ ਸੱਸੇ ਨੂੰ ਲਾਂ, ਈੜੀ ਨੂੰ ਸਿਹਾਰੀ ਸੇ ਹੀ ਹੈ। ਹਾਂਜੀ, ਇੱਧਰ ਜਿਹੜੀ 22 ਵਾਰਾਂ ਪੋਥੀ ਉਹਦੇ 'ਚ ਵੀ ਸੇ ਹੀ ਹੈ।
ਉਹ ਜਿੱਥੇ ਕਿਤੇ ਪ੍ਰਿੰਟਿੰਗ ਮਿਸਟੇਕ ਦਾ ਲੱਗਦਾ ਤੁਹਾਨੂੰ ਠੀਕ ਕਰ ਲਿਆ ਜਾਏ। ਹਾਂਜੀ। ਮੈਲਾ ਪੰਜਵਾ ਖੋਜੀ ਲਖਮ ਖੋਜ ਛੱਡੀਆਂ ਉਜਾੜ ਇਹਨੂੰ ਬਿੰਦੀ ਰਹਿਤੀ ਕਰੀਏ ਜੀ, ਹੈ ਨਾ। ਛੱਡੀਆਂ ਉਜਾੜ ਤੈ ਸ਼ਹਿ ਦਿੱਤੀ ਵਾੜ ਨਾਨਕ ਖੇਤ ਨ ਚਿਚਈ ਪੌੜੀ ਆਰਾਧੋ ਸੱਚਾ ਸੋਏ ਸਭ ਕਿਛ ਤਿਸ ਪਾਸ ਤੁਹਾਂ ਸਿਆ ਕਸਮ ਆਪ ਕਿਨ ਮੈਂ ਕਰੇ ਰਾਸ त्यागो सर्व पाप किसकी ओट को और शरणाई पज सुखी हूँ सुख लो। ਇਹਨੂੰ ਥੋੜਾ ਜਿਹਾ ਕਰੀਏ ਜੀ। ਤਿਆਗੋ ਸਗਲ ਉਪਾਵ ਤਿਸ ਕੀ ਓਟ ਗਉ, ਗਉ ਨਾਲੋਂ ਗਹੋ। त्यागो सगल पाप किसकी ओट को और शरणाई पज सुखी हूँ सुख लो। ਬਿਲਕੁਲ। कर्म कर्म तत् ज्ञान संता संग हुए जब ये अमृत नाम बिगन लगा कोए जिसनु आप दयाल किस मन मुठिया पायन सब निधान साहिब टूटिया। श्लोक पहला पंजवा लधम लबन हार कर्म करन दो मापी इको सिरजनहार नानक ज्ञान बसिया। मैला पंजवा पापड़िया पछाड़ बाढ़ सचावा सन कै गुरमंतरा चितार नानक दुख न थीवे पौड़ी वावा सिरजनहार पालन ठाड़िया जी जंत मेहरबान तिसनु सदा जा दयाकारी समरथ चुके भी बिला नठे ताप दुख रोग पूरे गुण प्रताप अपनी रख गरीब निवाज था आपे लैन छड़ाए बंधन सगलता कृष्ण बुझी आस पुनी मन संतोख प्राप बड़े बड़ा पार खसम जिस लेपना पुण्य पाप। श्लोक पहला पंजवा जाको पेट पार प्रभ हर हर सेज पात नानक प्रीत लगी तिन राम सिंह पेटत साध संगात। मैला पंजवा राम रमो वड पागी जल थल महिरन सोए नानक नाम आराध्य विघ्न न लागा कोई कोड़ी भगता का बोलिया परवाए दरगा पाए थाए भगता तेरी टेक रते सच नाई जिसनो होए कृपाल तिसका दुख जाए भगत तेरे दयाल वो ना मिल पाए दुख दर्द बड़ रोग ना कोई तिस पाए भगता आधार गुण गोविंद गाए सदा सदा दिन रहे इको हित त्याए जीवन अमृत नाम जन नामे रहे अभाए। श्लोक पहला पंजवा
ਕੋਟ ਬਿਗਨ ਪੀਵਤ ਵਿਸ਼ਰਾਮਿਕ ਠੀਕ ਕਰ ਲਿਓ ਜੀ। ਸਦਾ ਸਦਾ ਦਿਨ ਰੈਣ ਇੱਕੋ ਇੱਕ ਧਿਆਏ, ਅੰਮ੍ਰਿਤ ਪੀਵੈ ਨਾਮ। ਪੀਵਤ ਅੰਮ੍ਰਿਤ ਨਾਮ, ਜਨ ਨਾਮੇ ਰਹੇ ਅਗਾਏ। ਹਾਂਜੀ, ਸ਼ਲੋਕ ਮਹਿਲਾ ਪੰਜਵਾਂ। ਸ਼ਲੋਕ ਪਹਿਲਾ ਪੰਜਵਾਂ। ਕੋਟ ਬਿਗਨ ਕਿਸ ਲਾਗਤੇ, ਜਿਸਨੂੰ ਵਿਸਰੈ ਨਾ। ਨਾਨਕ ਅਨਦਿਨ ਬਿਲਪਤੇ, ਜੋ ਸੁਣੈ ਕਰਤਾ। ਜਿਵੇਂ ਇੱਥੇ ਕੋਟ ਸ਼ਬਦ ਸ਼ਲੋਕ ਚ ਆ ਰਿਹਾ ਜੀ। ਕੋਟ ਦੇ ਟੈਂਕੇ ਨੂੰ ਸਿਹਾਰੀ ਤੁਸੀਂ ਦਰਸ਼ਨ ਕਰ ਰਹੇ ਹੋਵੋਗੇ। ਬਸ ਛੋਟਾ ਜਿਹਾ ਥੋੜਾ ਜਿਹਾ ਕੰਮ ਹੈ, ਜਦੋਂ ਕੋਟ ਸ਼ਬਦ ਆਵੇ ਤੇ ਟੈਂਕੇ ਨੂੰ ਸਿਹਾਰੀ ਹੋਵੇ, ਇਦਾਂ ਪਾਠ ਹੋਵੇ, ਇਹ ਹਮੇਸ਼ਾ ਗਿਣਤੀ ਲਈ ਆਏਗਾ। ਕੋਟ ਦਾ ਅਰਥ ਹੈ ਕਰੋੜ, ਔਰ ਗਿਣਤੀ ਚ ਜਦੋਂ ਆਏਗਾ ਇਹਦਾ ਅਰਥ ਹੋਏਗਾ ਕਿਲੇ, ਇਹਦਾ ਅਰਥ ਹੋਏਗਾ ਕਰੋੜਾਂ। ਕਿਉਂਕਿ ਇੱਥੇ ਸ਼ਬਦ ਇਹ ਆ ਰਿਹਾ ਬਿਗਨ ਦੇ ਨਾਲ, ਕਰੋੜਾਂ ਬਿਗਨ। ਨਿਸ਼ਚਿਤ ਨਹੀਂ ਆ ਕਿੰਨੇ ਕਰੋੜ, ਕਰੋੜਾਂ ਬਿਗਨ। ਜਦੋਂ ਕੋਟ ਦੇ ਟੈਂਕੇ ਨੂੰ ਔਂਕੜ ਹੋਵੇ, ਇੱਕ ਵਚਨ ਹੋਏਗਾ। ਇੱਕ ਵਚਨ ਪੁਲਿੰਗ ਹੁੰਦਿਆਂ ਉਹਦਾ ਅਰਥ ਆਏਗਾ ਕਿਲਾ। ਉਹਦਾ ਅਰਥ ਹੋਏਗਾ ਕਿਲਾ, ਇੱਕ ਕਿਲਾ। ਕੋਟ ਦਾ ਟੈਂਕਾ ਮੁਕਤਾ ਹੋ ਜਾਏ ਤੇ ਉਹ ਮੁਕਤਾ ਜਿਹੜਾ ਆ ਉਹ ਅਰਥ ਦੇਗਾ ਕਈ ਕਿਲੇ। ਕਿਲੇ, ਠੀਕ ਹੈ ਜੀ। ਸਿਹਾਰੀ ਆਵੇ ਤੇ ਇਹਦਾ ਅਰਥ ਹਮੇਸ਼ਾ ਹੀ ਰਹੇਗਾ ਕਰੋੜਾਂ। ਇਹ ਗਿਣਤੀਵਾਚਕ ਹੈ। ਕੋਟ ਟੈਂਕੇ ਨੂੰ ਔਂਕੜ ਇੱਕ ਵਚਨ ਪੁਲਿੰਗ ਹੈ, ਅਰਥ ਹੋਏਗਾ ਕਿਲਾ। ਕੋਟ ਟੈਂਕਾ ਮੁਕਤਾ ਬਹੁਵਚਨ ਲਈ ਆ ਰਿਹਾ, ਅਰਥ ਹੋਏਗਾ ਕਈ ਕਿਲੇ। ਹਾਂਜੀ। ਪਹਿਲਾ ਪੰਜਵਾਂ। ਫਿਰੀ ਮਿਲਾਵਾ ਜਾਂਥੀਐ, ਸਾਈ ਸੁਹਾਵੀ ਰੁੱਤ। ਕੜੀ ਮੂੰਹ ਨਾ ਵਿਸਰੈ, ਨਾਨਕ ਰਵਿਐ ਨਿਤ। ਪੌੜੀ। ਸੂਰਬੀਰ ਬਰੀਆਂ, ਕਿਨੈ ਨਾ ਹੋੜੀਐ। ਫੌਜ ਸਤਾਣੀ ਹਾਠ, ਪੰਜਾਂ ਜੋੜੀਐ। 10 ਨਾਰੀ ਆਤੂਤ, ਦੇਨ ਚਮੋੜੀਐ। ਆਪਾਂ ਰੁਕੀਏ ਜੀ, ਹੈ ਨਾ। 10 ਨਾਰੀ, ਇੱਥੇ ਰੁਕੀਏ ਇੱਕ ਵਾਰੀ। 10 ਨਾਰੀ ਆਤੂਤ, ਦੇਨ ਚਮੋੜੀਐ। ਜਿਨ ਜਿਨ ਲੈਣ ਰਖਾਏ, ਇਹੋ ਇਨਾ ਲੋੜੀਐ। ਤ੍ਰੈ ਗੁਣ ਇਨਕੈ ਵਸ, ਇਨੈ ਨ ਮੋੜੀਐ। ਪਰਮ ਕੋਟ ਮਾਇਆ ਖਾਈ, ਕਿਤ ਵਿਦ ਤੋੜੀਐ। ਗੁਰਪੂਰਾ ਰਾਗ, ਵਿਖਮ ਦਲ ਫੋੜੀਐ। ਹਾਂ ਤਿਸ ਅੱਗੇ ਦਿਨ ਰਾਤ, ਰਹਾ ਕਰ ਜੋੜੀਐ। ਸ਼ਲੋਕ ਪਹਿਲਾ ਪੰਜਵਾਂ। ਹਾਂਜੀ, ਆਪਾਂ ਸ਼ਲੋਕ ਦੇ ਅੰਦਰ ਹੁਣ ਦਰਸ਼ਨ ਕਰ ਰਹੇ ਸਾਂ ਕੋਟ ਟੈਂਕੇ ਨੂੰ ਸਿਹਾਰੀ। ਔਰ ਤੁਹਾਡੇ ਕੋਲ ਪਾਠ ਕਰਦੇ ਹਾਂ, ਤੁਸੀਂ ਦੇਖਿਓ ਧਿਆਨ ਨਾਲ। ਪੌੜੀ ਜਦੋਂ ਅਸੀਂ ਪੜ੍ਹ ਰਹੇ ਹਾਂ ਤੇ ਪੌੜੀ ਦੇ ਅੰਦਰ ਭਰਮ ਕੋਟ ਮਾਇਆ ਖਾਈ, ਕੋਟ ਦੇ ਟੈਂਕੇ ਨੂੰ ਔਂਕੜ ਵੀ ਤੁਹਾਡੇ ਕੋਲ ਆ ਚੁੱਕਾ ਹੈ। ਔਰ ਉੱਪਰ ਇੱਕ ਲਾਈਨ ਅਸੀਂ ਦੇਖ ਰਹੇ ਸਾਂ, 10 ਨਾਰੀ ਔਤੂਤ ਦੇਨ ਚਮੋੜੀ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹਦੇ ਅਰਥ ਕਰਦਿਆਂ ਲਿਖਿਆ ਆ ਕਿ ਦੁਨੀਆਦਾਰ ਤਾਂ ਕਿਤੇ ਰਹੇ, ਤਿਆਗੀਆਂ ਨੂੰ ਵੀ ਇਹ 10 ਇੰਦਰੇ ਚਮੋੜ ਦਿੰਦੇ ਹਨ। ਚਮੋੜ ਭਾਵ ਜਿਹਨੂੰ ਅਸੀਂ ਕਹਿੰਦੇ ਚਿੰਬੜ ਜਾਣਾ, ਜੁੜ ਜਾਣਾ, ਕਿਸੇ ਨਾਲ ਲੱਗ ਜਾਣਾ। ਤਾਂ
ਨਾਲ ਹੀ ਅੱਗੇ ਕਹਿੰਦੇ ਨੇ ਜਿਣ ਜਿਣ ਲੈਣ ਰਲਾਏ, ਸਭ ਨੂੰ ਜਿੱਤ ਜਿੱਤ ਕੇ ਆਪਣੇ ਅਨੁਸਾਰੀ ਕਰੀ ਜਾਂਦੇ ਹਨ। ਇਹ ਜਿਹੜੇ ਵਿਕਾਰ ਹੈ ਇਹ ਸਾਰਿਆਂ ਨੂੰ ਜਿੱਤ ਜਿੱਤ ਕੇ ਆਪਣੇ ਮੁਤਾਬਕ ਕਰੀ ਜਾ ਰਹੇ ਆ, ਸਭ ਨੂੰ ਜਿੱਤੀ ਜਾ ਰਹੇ ਆ। ਔਰ ਨਾਲ ਕਹਿੰਦੇ ਨੇ ਇਹੋ ਇਹਨਾਂ ਲੋੜੀ ਹੈ, ਸਾਰੇ ਹੀ ਤ੍ਰੈਗੁਣੀ ਜੀਵ ਸੁਭਾਓ ਇਹਨਾਂ ਦੇ ਦਬਾਓ ਹੇਠ ਹਨ ਤੇ ਸਾਰੇ ਹੀ ਇਹੀ ਗੱਲ ਲੋੜਦੇ ਹਨ, ਇਹੀ ਗੱਲ ਸਾਰੇ ਲੋੜਦੇ ਹਨ। ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਗੁੰਮਰਾਹ ਕਰਨ ਵਾਲਿਆਂ ਦਾ ਵੀ ਕਸੂਰ ਹੈ, ਪਰ ਕਿਉਂਕਿ ਅਸੀਂ ਵੀ ਤਿਆਰ ਬੈਠੇ ਸੀ ਕਿ ਕੋਈ ਗੁੰਮਰਾਹ ਕਰ ਜਾਏ। ਲੁੱਟਣ ਵਾਲਿਆਂ ਦਾ ਵੀ ਕਸੂਰ ਹੈ, ਲੇਕਿਨ ਅਸੀਂ ਵੀ ਤਿਆਰ ਬੈਠੇ ਸੀ ਕਿ ਸਾਨੂੰ ਕੋਈ ਲੁੱਟ ਲਵੇ। ਵਿਕਾਰਾਂ ਨੇ ਬਹੁਤ ਸਾਰਿਆਂ ਨੂੰ ਕਾਬੂ ਕੀਤਾ। ਅਵਧੂਤ ਦਾ ਸ਼ਬਦ ਦਾ ਜ਼ਿਕਰ ਆ ਰਿਹਾ, ਉਹਦਾ ਮਤਲਬ ਹੈ ਤਿਆਗੀ। ਬਹੁਤ ਸਾਰਿਆਂ ਨੂੰ ਕਾਬੂ ਕੀਤਾ, ਪਰ ਜਿਹੜੇ ਪਹਿਲਾਂ ਹੀ ਤਿਆਰ ਬੈਠੇ ਹੋਣ ਵੀ ਕੋਈ ਸਾਨੂੰ ਕਾਬੂ ਕਰ ਲਵੇ, ਉੱਥੇ ਕੀ ਹੋ ਸਕਦਾ? ਉੱਥੇ ਤੇ ਕੋਈ ਹੱਲ ਕੱਢਿਆ ਹੀ ਨਹੀਂ ਜਾ ਸਕਦਾ। ਜਿਹੜੇ ਪਹਿਲਾਂ ਹੀ ਤਿਆਰ ਬੈਠੇ ਨੇ ਕਿ ਕੋਈ ਮੌਕਾ ਬਣ ਜਾਏ ਤੇ ਅਸੀਂ ਗਵਾ ਜਾਈਏ, ਉੱਥੇ ਕੀ ਹੱਲ ਹੋ ਸਕਦਾ? ਇੱਕ ਹੈ ਕਿ ਬੰਦਾ ਕਿਸੇ ਕਾਰਨ ਡਿੱਗ ਪਿਆ, ਇੱਕ ਹੈ ਕਿ ਕਾਰਨ ਕੋਈ ਨਹੀਂ, ਬੰਦਾ ਡਿੱਗਣ ਨੂੰ ਤਿਆਰ ਹੀ ਸੀਗਾ, ਆਪਣੀ ਤਿਆਰੀ ਸੀ ਮੈਂ ਡਿੱਗਣਾ ਆ, ਡਿੱਗ ਪਿਆ। ਜਿਹੜਾ ਕਿਸੇ ਕਾਰਨ ਡਿੱਗਾ ਉਹ ਉੱਠ ਸਕਦਾ ਹੈ, ਜਿਹਦੀ ਆਪਣੀ ਤਿਆਰੀ ਸੀ ਕਿ ਬਸ ਮੈਂ ਡਿੱਗਣਾ ਆ, ਇਹ ਉੱਠੇਗਾ ਨਹੀਂ, ਇਹਨੇ ਉੱਠਣਾ ਨਹੀਂ। ਇਹ ਤਾਂ ਡਿੱਗਣ ਨੂੰ ਤਿਆਰ ਸੀ ਨਾ, ਇਹ ਤਾਂ ਲੱਭ ਰਿਹਾ ਸੀ ਕਦੋਂ ਡਿੱਗਾਂ ਤੇ ਡਿੱਗਣ ਦਾ ਬਹਾਨਾ ਬਣ ਜਾਏ ਤੇ ਡਿੱਗ ਪਵਾਂ। ਇਹਦਾ ਇਲਾਜ ਨਹੀਂ ਹੋ ਸਕਦਾ। ਹਾਂਜੀ, ਸ਼ਲੋਕ ਪਹਿਲਾ ਪੰਜਵਾਂ। ਕਿਰਵਿਕ ਸਭੇ ਉਤਰਨ ਨੀਤ ਨੀਤ ਗੁਣ ਗਾਓ, ਕੋਟ ਕਲੇਸ਼ ਬਚੇ ਨਾਨਕ ਬਿਸਰੈ ਨਾਮ। ਪਹਿਲਾ ਪੰਜਵਾਂ। ਨਾਨਕ ਸਤਿਗੁਰ ਭੇਟਿਆ, ਭੇਟਿਆ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ। ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਠੀਕ ਹੈ ਨਾ ਜੀ। ਗੁਰਮਤ ਦਾ ਇਹ ਮਤਲਬ ਨਹੀਂ ਕਿ ਅਸੀਂ ਉਦਾਸ ਮੂੰਹ ਜਾਂ ਢਿੱਲਾ ਕਰਕੇ ਬੈਠੇ ਰਹੀਏ। ਕੀ ਹੈ ਭਗਤ ਆ? ਭਗਤੀ ਦਾ ਇਹ ਮਤਲਬ ਨਹੀਂ ਅੱਖਾਂ ਜੀਆਂ ਬੰਦ ਕਰਕੇ ਐਵੇਂ ਮੂੰਹ ਜਿਹਾ ਉਤਰਿਆ ਹੋਇਆ ਉਦਾਸ ਜੇ ਐਵੇਂ ਬੈਠੇ ਰਹੀਏ। ਕੀ ਇਹ ਭਗਤੀ ਦੇ ਰੰਗ ਚ ਰੰਗੇ ਆ? ਨਹੀਂ ਨਹੀਂ, ਕੌਣ ਕਹਿੰਦਾ ਇਹ ਭਗਤੀ ਆ? ਜਪ ਬਾਣੀ ਤੇ ਤੁਹਾਨੂੰ ਯਾਦ ਹੀ ਆ, ਨਾਨਕ ਭਗਤਾਂ ਸਦਾ। ਇਹ ਤਾਂ ਖੇੜੇ ਦੀ ਖੁਸ਼ੀ ਦੀ ਗੱਲ ਆ, ਤਾਂ ਖੇੜੇ ਦੀ ਗੱਲ ਹੈ। ਔਰ ਮੈਨੂੰ ਯਾਦ ਹੈ ਕਿ ਕਿਸੇ ਗੁਰਦੁਆਰੇ ਦੇ ਅੰਦਰ ਕਿਸੇ ਇੱਕ ਵਿਚਾਰ ਦੇ ਉੱਤੇ ਸੰਗਤ ਖੁਸ਼ ਹੋ ਰਹੀ ਆ, ਤਾਂ ਇੱਕ ਭਾਈ ਉਹਨਾਂ ਨੂੰ ਰੋਕ ਰਿਹਾ, ਗੁਰਦੁਆਰੇ ਆ ਕੇ ਹੱਸੀਦਾ ਨਹੀਂ ਹੁੰਦਾ, ਗੁਰਦੁਆਰੇ ਬਹਿ ਕੇ ਹੱਸੀਦਾ ਨਹੀਂ ਹੁੰਦਾ। ਤਾਂ ਜਦੋਂ ਮੇਰੀ ਵਾਰੀ ਆਈ ਤਾਂ ਮੈਂ ਆਪਣੀ ਵਿਚਾਰ ਦੇ ਰਾਹੀਂ ਕਿਹਾ ਕਿ ਅਸੀਂ ਸਾਰਾ ਦਿਨ ਕੰਮਾਂ ਧੰਦਿਆਂ 'ਚ ਇੱਧਰ ਉੱਧਰ ਉਲਝੇ ਫਿਰਦੇ ਰਹਿੰਦੇ, ਜੇ ਅਸੀਂ ਗੁਰੂ ਦੇ ਕੋਲ ਆਣ ਕੇ ਨਹੀਂ ਹੱਸਣਾ ਤੇ ਹੋਰ ਕਿੱਥੇ ਹੱਸੀਏ ਹੁਣ? ਇਹ ਠੀਕ ਹੈ, ਭਗਤਾਂ ਸਦਾ ਵਿਗਾਸ ਹੈ, ਪਰ ਜੇ ਅਸੀਂ ਉਸ ਹਾਲਤ ਵਿੱਚ ਅਜੇ ਨਹੀਂ ਵੀ ਆ ਤਾਂ ਕਮ ਸੋ ਕਮ ਗੁਰਦੁਆਰੇ 10 ਮਿੰਟ ਅੱਧਾ ਘੰਟਾ ਬਹਿ ਕੇ ਅਸੀਂ ਖੁਸ਼ ਤਾਂ ਹੁੰਨੇ ਆ ਨਾ। ਜੇ ਸਾਡੇ ਚਿਹਰੇ ਤੋਂ ਉਦਾਸੀ ਉਤਰੀ, ਥੋੜਾ ਜਿਹਾ ਅਸੀਂ ਮੁਸਕਰਾਏ ਆ, ਤਾਂ ਕੀ ਮਾੜਾ ਹੋਇਆ? ਕੁਛ ਵੀ ਮਾੜਾ ਨਹੀਂ। ਆ ਦੇਖਿਓ ਧਿਆਨ ਨਾਲ, ਕੌਣ ਕਹਿੰਦਾ ਗੁਰਮਤ ਜਾਂ ਭਗਤੀ ਦਾ ਮਾਰਗ ਤੁਹਾਨੂੰ ਹੱਸਣ ਤੋਂ, ਖੇਲਣ ਤੋਂ, ਖਾਣ ਤੋਂ, ਪੀਣ ਤੋਂ ਕੌਣ ਰੋਕਦਾ? ਕਿੱਥੇ ਰੋਕਦਾ ਹੈ? ਪਰ ਉੱਤੇ ਸ਼ਬਦ ਵਰਤਿਆ ਜੁਗਤ। ਤਾਂ ਮੈਂ ਦੇਖ ਰਿਹਾ ਸਾਂ ਪ੍ਰੋਫੈਸਰ ਸਾਹਿਬ ਜੀ ਨੇ ਅਰਥ ਕਰਦਿਆਂ ਆਖਿਆ, ਜੇ ਸਤਿਗੁਰੂ ਮਿਲ ਪਏ ਤਾਂ ਜਿਉਣ ਦੀ ਠੀਕ ਜਾਚ ਆ ਜਾਂਦੀ ਆ। ਜਿਉਣ ਦੀ ਠੀਕ ਜਾਚ ਆ ਜਾਂਦੀ ਆ।
ਠੀਕ ਜਾਚ। ਹੱਸੰਦਿਆਂ, ਖਿਲੰਦਿਆਂ, ਪਹਿਨੰਦਿਆਂ, ਖਾਵੰਦਿਆਂ ਵਿਚੇ ਹੋਵੇ ਮੁਕਤ। ਇਹ ਖਾਂਦਿਆਂ, ਪੀਂਦਿਆਂ, ਹੱਸਦਿਆਂ, ਖੇਡਦਿਆਂ, ਇਹਦੇ ਵਿੱਚ ਰਹਿੰਦਿਆਂ ਸਾਰੇ ਸੰਸਾਰ ਦੇ ਸਾਰਾ ਕੁਝ ਕਰਦਿਆਂ ਇਹਦੇ ਵਿੱਚ ਵੀ ਮੁਕਤੀ ਹੋ ਸਕਦੀ ਆ। ਸ਼ਰਤ ਇਹ ਹੈ ਸਤਿਗੁਰ ਭੇਟਿਆ, ਜੇ ਸਤਿਗੁਰੂ ਮਿਲ ਪਏ, ਸਤਿਗੁਰੂ ਨਾਲ ਮੇਲ ਹੋ ਜਾਏ ਤੇ ਸਤਿਗੁਰੂ ਦੇ ਰਾਹੀਂ ਜੀਵਨ ਦੀ ਠੀਕ ਜਾਂਚ ਆ ਜਾਏ, ਕੋਈ ਰੌਲਾ ਨਹੀਂ। ਕੌਣ ਹੱਸਣ ਤੋਂ ਮਨਾ ਕਰਦਾ? ਖਾਣ ਤੋਂ ਕੌਣ ਮਨਾ ਕਰਦਾ? ਪਹਿਨਣ ਤੋਂ ਕੌਣ ਮਨਾ ਕਰਦਾ? ਕੋਈ ਰੌਲਾ ਨਹੀਂ। ਸਗੋਂ ਗੁਰੂ ਨਾਲ ਮਿਲਣ ਤੋਂ ਬਾਅਦ ਤਾਂ ਸਾਨੂੰ ਚੰਗਾ ਢੰਗ ਤਰੀਕਾ ਮਿਲ ਗਿਆ। ਅਸੀਂ ਕਿਸੇ ਦੇ ਬੁਰਾ ਹੋਣ ਤੇ ਥੋੜਾ ਹੱਸ ਰਹੇ ਹਾਂ, ਸਗੋਂ ਗੁਰੂ ਨੂੰ ਮਿਲਣ ਤੋਂ ਬਾਅਦ ਹੀ ਅਸਲੀਅਤ ਵਿੱਚ ਹੱਸਣ ਦਾ ਪਤਾ ਲੱਗਾ। ਕਦੋਂ ਹੱਸਣਾ ਆ, ਕੀ ਖਾਣਾ ਤੇ ਕਦੋਂ ਖਾਣਾ, ਇਹ ਤਾਂ ਗੁਰੂ ਨੂੰ ਮਿਲ ਕੇ ਹੀ ਪਤਾ ਲੱਗਾ। ਹੁਣ ਸਗੋਂ ਪਤਾ ਲੱਗਾ, ਪਹਿਲਾਂ ਤਾਂ ਜੋ ਆਇਆ ਖਾਈ ਗਏ। ਇਹ ਤਾਂ ਹੁਣ ਹੀ ਸਤਿਗੁਰੂ ਨੇ ਕਿਹਾ ਨਾ, ਅੰਨ ਪਾਣੀ ਥੋੜਾ ਖਾਇਆ, ਜਿਉਣ ਲਈ ਖਾਣਾ ਆ, ਖਾਣ ਲਈ ਥੋੜਾ ਜਿਉਣਾ ਆ। ਠੀਕ ਹੈ ਨਾ ਜੀ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਆ ਜਿਹੜੀ ਹੋਰ ਖਾਣ ਦੀ ਖੁਸ਼ੀ ਲਾਲਸਾ ਆ ਨਾ, ਇਹ ਖੁਆਰ ਕਰਦੀ ਆ। ਰੋਜ਼ ਦਾ ਵੰਨ ਸੁਵੰਨਾ ਰੰਗ ਬਰੰਗਾ ਖਾਣ ਦੀ ਜਿਹੜੀ ਲਾਲਸਾ ਹੈ ਨਾ, ਇਹ ਖੁਆਰ ਕਰਦੀ, ਖੁਆਰ। ਤੇ ਰੋਜ਼ ਖਾਣ ਦੀ ਜਿਹੜੀ ਲਾਲਸਾ ਆ, ਉਹ ਲਾਲਸਾ ਪੂਰੀ ਕਰਨ ਲਈ ਕੰਮ ਵੱਧ ਕਰਨਾ ਪਏਗਾ, ਤਨ ਪੀੜਤ ਹੋਏਗਾ। ਜਦੋਂ ਤਨ ਪੀੜਤ ਹੋਏਗਾ ਤਾਂ ਫਿਰ ਬੰਦੇ ਨੂੰ ਚੋਰੀ ਠੱਗੀ ਕਰਨ ਲਈ ਵੀ ਮਜਬੂਰ ਹੋਣਾ ਪਏਗਾ। ਲਾਲਸਾ ਤਾਂ ਪੂਰੀ ਕਰਨੀ ਆ ਨਾ, ਜ਼ਬਾਨ ਦੇ ਚਸਕੇ ਤਾਂ ਪੂਰੇ ਕਰਨੇ ਆ ਨਾ। ਫਿਰ ਮਨ ਮੈਂ ਚੱਲੇ, ਮਨ 'ਚ ਵੀ ਵਿਕਾਰ ਚੱਲਦੇ ਆ। ਇਸ ਕਰਕੇ ਖਾਣਾ ਪੀਣਾ ਮਾੜਾ ਨਹੀਂ, ਵਰਤੋਂ ਵਿਹਾਰ ਮਾੜਾ ਨਹੀਂ। ਸ਼ਰਤ ਸਤਿਗੁਰੂ ਨੇ ਰੱਖੀ, ਜੇ ਸਤਿਗੁਰੂ ਮਿਲ ਪਵੇ ਤੇ ਸਗੋਂ ਜਿਉਣ ਦੀ ਠੀਕ ਜਾਚ ਆ ਜਾਂਦੀ ਆ ਜੀ। ਸੋ ਸਤਿਗੁਰ ਧੰਨ ਧੰਨ ਜਿਨ ਪਰਮ ਗੜ ਤੋੜਿਆ, ਸੋ ਸਤਿਗੁਰ ਬਾਬਾ ਜਿਨ ਹਰਿ ਸਿਉ ਜੋੜਿਆ। ਨਾਮ ਨਿਧਾਨ ਪੁੱਟ ਗੁਰ ਦੇ ਦਾਰੋ, ਮਹਾਰੋਗ ਵਿਕਰਾਲ ਤਿਨੈ ਵਿਦਾਰੋ। ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆ, ਜਿਤਾ ਜਨਮ ਅਪਾਰ ਆਪ ਪਛਾਨਿਆ। ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ, ਗੁਰ ਪਾਰ ਬ੍ਰਹਮ ਪਰਮੇਸ਼ਰ, ਅਪਰੰਪਰ ਅਲਖ ਅਪੇ। ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ, ਗੁਰ ਪਾਰ ਬ੍ਰਹਮ ਪਰਮੇਸ਼ਰ, ਅਪਰੰਪਰ ਅਲਖ ਅਪੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।